ਸਤਿ ਸ਼੍ਰੀ ਅਕਾਲ ਦੋਸਤੋ, ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ। ਉਮੀਦ ਮੈਂ ਇਹੀ ਕਰੂੰਗਾ ਤੁਸੀਂ ਸਭ ਵਧੀਆ ਹੋਣੇ ਆ। ਅੱਜ ਦੀ ਵੀਡੀਓ ਵਿੱਚ ਅਸੀਂ NCERT ਨੂੰ ਪੰਜਾਬੀ ਵਿੱਚ ਡਿਸਕਸ ਕਰਨ ਜਾ ਰਹੇ ਹਾਂ। ਅੱਜ ਦੀ ਕਲਾਸ ਵਿੱਚ 6th ਕਲਾਸ ਦੀ ਜਿਓਗ੍ਰਾਫੀ ਦਾ ਪਹਿਲਾ ਜਿਹੜਾ ਚੈਪਟਰ ਹੈਗਾ ਜੀ, ਅਰਥ ਇਨ ਦਾ ਸੋਲਰ ਸਿਸਟਮ, ਇਹਨੂੰ ਬਹੁਤ ਹੀ ਚੰਗੇ ਤਰੀਕੇ ਨਾਲ ਸਮਝਣ ਜਾ ਰਹੇ ਹਾਂ। ਵੈਸੇ ਦੋਸਤੋ ਇਹ ਜਿਹੜੀ ਕਲਾਸ ਹੈਗੀ ਆ, ਕਿਹੜੇ ਐਗਜ਼ਾਮਸ ਲਈ ਇੰਪੋਰਟੈਂਸ ਰੱਖਦੀ ਹੈ ਇਹ ਕਲਾਸ? ਸੋ ਇਹਦਾ ਜਵਾਬ ਹੈਗਾ ਜੀ ਸੀਟੈਟ, PSTET, ਮਾਸਟਰ ਕਾਡਰ ਤੋਂ ਇਲਾਵਾ ਪੰਜਾਬ ਵਿੱਚ ਜਿੰਨੇ ਵੀ ਐਗਜ਼ਾਮ ਕੰਡਕਟ ਕਰਵਾਏ ਜਾਂਦੇ ਨੇ, ਜਿਵੇਂ ਕਿ ਪਟਵਾਰੀ ਦਾ ਐਗਜ਼ਾਮ ਹੋ ਗਿਆ ਜਾਂ ਫਿਰ ਕੋਈ ਹੋਰ ਵੀ ਵੈਕੈਂਸੀ ਆਉਂਦੀ ਹੈ ਜਿੱਥੇ GK ਦੇ ਪ੍ਰਸ਼ਨ ਪੁੱਛੇ ਜਾਂਦੇ ਆ, ਇੱਥੋਂ ਹੀ ਪ੍ਰਸ਼ਨ ਬਣਦੇ ਨੇ। ਜੇਕਰ ਤੁਸੀਂ ਕਿਤਾਬ ਪੜ੍ਹੀ ਹੋਊਗੀ ਤੇ ਤੁਸੀਂ ਸਾਰੇ ਪ੍ਰਸ਼ਨ GK ਵਾਲੇ ਅਟੈਂਪਟ ਕਰ ਸਕਦੇ ਹੋ, ਉਹ ਵੀ ਬੜੇ ਹੀ ਸੌਖੇ ਤਰੀਕੇ ਨਾਲ। ਸੋ ਸ਼ੁਰੂਆਤ ਕਰਦੇ ਹਾਂ ਜੀ ਅੱਜ ਦੀ ਆਪਣੀ ਵੀਡੀਓ ਦੀ। ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਕਿਉਂਕਿ ਅਸੀਂ ਇਸ ਤਰ੍ਹਾਂ ਦੀਆਂ ਇਨਫੋਰਮੇਟਿਵ ਐਂਡ ਇੰਟਰਸਟਿੰਗ ਵੀਡੀਓਜ਼ ਬਣਾਉਂਦੇ ਰਹਿੰਦੇ ਹਾਂ। ਸ਼ੁਰੂਆਤ ਕਰਦੇ ਹਾਂ ਜੀ ਅੱਜ ਦੀ ਆਪਣੀ ਵੀਡੀਓ ਦੀ। ਆਪਣੇ ਲੈਸਨ ਦਾ ਕੀ ਨਾਮ ਹੈਗਾ ਸੀ? ਆਪਣੇ ਲੈਸਨ ਦਾ ਨਾਮ ਹੈ ਦ ਅਰਥ ਇਨ ਦਾ ਸੋਲਰ ਸਿਸਟਮ। ਐਂਡ ਇਹ ਸਾਰੇ ਨੋਟਸ ਮੈਂ NCERT ਦੀ ਕਿਤਾਬ ਵਿੱਚੋਂ ਆਪਣੇ ਹੱਥ ਨਾਲ ਬਣਾਏ ਹੈਗੇ ਆ। ਐਂਡ ਮੈਂ ਕੋਈ ਵੀ ਪੁਆਇੰਟ ਨਹੀਂ ਛੱਡਿਆ। ਐਂਡ ਇਹ ਜਿਹੜੇ ਸਾਰੇ ਪ੍ਰਸ਼ਨ ਨੇ ਜੀ, ਜਿੰਨੇ ਵੀ ਆਪਾਂ ਟੌਪਿਕ ਅੱਜ ਡਿਸਕਸ ਕਰਾਂਗੇ, ਕਾਫੀ ਇੰਪੋਰਟੈਂਟ ਟੌਪਿਕਸ ਨੇ ਜਿਹੜੇ ਅੱਜ ਆਪਾਂ ਡਿਸਕਸ ਕਰਾਂਗੇ। ਜਿਵੇਂ ਕਿ ਅੱਜ ਆਪਾਂ ਡਿਸਕਸ ਕਰਾਂਗੇ ਫੁੱਲ ਮੂਨ ਕੀ ਹੁੰਦਾ ਹੈ, ਨਿਊ ਮੂਨ ਕੀ ਹੁੰਦਾ ਹੈ, ਸੈਲੈਸਟੀਅਲ ਬੋਡੀਜ਼ ਕੀ ਹੁੰਦੀਆਂ ਨੇ, ਕੌਂਸਟੇਲੇਸ਼ਨ ਜਿਹਨੂੰ ਤੁਸੀਂ ਤਾਰਾ ਮੰਡਲ ਕਹਿ ਦਿੰਦੇ ਹੋ, ਤਾਰਾ ਮੰਡਲ ਕੀ ਹੁੰਦਾ ਹੈ, ਪੋਲ ਸਟਾਰ ਕੀ ਹੈ ਜੀ, ਪਲੈਨਟਸ ਸੋਲਰ ਸਿਸਟਮ ਬਾਰੇ, ਜਿਹਦੇ ਵਿੱਚ ਆਪਾਂ ਸਨ ਦੀ ਜਿਹੜੇ 8 ਪਲੈਨਟਸ ਨੇ ਜੀ ਉਹਨਾਂ ਦੀ ਗੱਲ ਕਰਾਂਗੇ, ਸੈਟੇਲਾਈਟਸ ਦੀ ਗੱਲ ਕਰਾਂਗੇ, ਐਸਟਰੋਇਡਸ ਤੇ ਮੀਟੀਓਇਡਸ ਕੀ ਹੁੰਦੇ ਨੇ, ਸਨ ਦੀ ਸੂਰਜ ਦੀ ਤਾਂ ਆਪਾਂ ਗੱਲ ਕਰਾਂਗੇ ਹੀ। ਇਸ ਦੇ ਨਾਲ ਆਪਾਂ ਇੱਕ ਟ੍ਰਿਕ ਨੂੰ ਵੀ ਯਾਦ ਕਰਾਂਗੇ, ਜਿਸ ਦੇ ਅਕੋਰਡਿੰਗ ਆਪਾਂ ਇਹਨਾਂ ਪਲੈਨਟਸ ਨੂੰ ਸੀਕੁਐਂਸ ਵਾਈਜ਼ ਕਿਵੇਂ ਲਗਾਉਣਾ ਆ, ਇਹ ਵੀ ਆਪਾਂ ਯਾਦ ਕਰ ਲਾਂਗੇ। ਇਸ ਤੋਂ ਬਾਅਦ ਆਪਾਂ ਧਰਤੀ ਦੀ ਗੱਲ ਕਰਾਂਗੇ, ਧਰਤੀ ਦੀ ਵਿਸ਼ੇਸ਼ਤਾ ਦੀ ਗੱਲ ਕਰਾਂਗੇ, ਚੰਦਰਮਾ ਦੀ ਗੱਲ ਕਰਾਂਗੇ। ਕਈ ਵਾਰ ਆਪਾਂ ਵੇਖਦੇ ਹਾਂ ਕਿ ਜਿਹੜਾ ਚੰਦਰਮਾ ਹੈਗਾ ਆ ਆਪਣਾ, ਜਿਹੜਾ ਚੰਨ ਹੈ, ਜਿਹੜਾ ਮੂਨ ਹੈ, ਕਈ ਵਾਰ ਤਾਂ ਆਪਾਂ ਨੂੰ ਪੂਰਾ ਕੰਪਲੀਟਲੀ ਵਿਖਦਾ ਆ, ਕਦੇ ਕਦੇ ਵਿਖਦਾ ਨਹੀਂ। ਇਹਦੇ ਪਿੱਛੇ ਰੀਜ਼ਨ ਕੀ ਹੈ, ਇਹਦੇ ਬਾਰੇ ਵੀ ਪੜ੍ਹਾਂਗੇ। ਇਸ ਤੋਂ ਇਲਾਵਾ ਆਪਾਂ ਸੈਟੇਲਾਈਟਸ ਬਾਰੇ ਗੱਲ ਕਰਾਂਗੇ, ਸੈਟੇਲਾਈਟਸ ਕੀ ਹੁੰਦੀਆਂ ਨੇ ਐਂਡ ਇਹਨਾਂ ਦਾ ਕੀ ਕੰਮ ਹੈਗਾ ਆ। ਹਿਊਮਨ ਮੇਡ ਸੈਟੇਲਾਈਟਸ ਦੀ ਵੀ ਆਪਾਂ ਜ਼ਰੂਰ ਗੱਲ ਕਰਾਂਗੇ ਕਿ ਜਿਹੜੇ ਮਨੁੱਖਾਂ ਦੁਆਰਾ ਉਪਗ੍ਰਹਿ ਬਣਾਏ ਗਏ ਨੇ। ਸੈਟੇਲਾਈਟਸ ਤਾਂ ਹੁੰਦੇ ਨੇ, ਕੁਝ ਕੁਦਰਤੀ ਸੈਟੇਲਾਈਟਸ ਵੀ ਹੁੰਦੇ ਨੇ, ਕੁਝ ਮਨੁੱਖਾਂ ਦੁਆਰਾ ਬਣਾਏ ਗਏ ਸੈਟੇਲਾਈਟਸ ਵੀ ਹੈਗੇ ਆ। ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਐਸਟਰੋਇਡਸ ਦੀ, ਐਸਟਰੋਇਡਸ ਹੁੰਦੇ ਨੇ ਜੀ ਛੋਟੇ ਗ੍ਰਹਿ। ਉਸ ਤੋਂ ਬਾਅਦ ਆਪਾਂ ਮੀਟਰੋਇਡਸ ਦੀ ਗੱਲ ਕਰਾਂਗੇ, ਉਲਕਾ ਪਿੰਡ, ਗੈਲੈਕਸੀ ਕੀ ਹੁੰਦੀ ਹੈ ਐਂਡ ਗੈਲੈਕਸੀ ਤੋਂ ਬਾਅਦ ਆਪਾਂ ਲਾਈਟ ਦੀ ਸਪੀਡ ਨੂੰ ਵੀ ਵੇਖਾਂਗੇ ਕਿ ਜਿਹੜੀ ਆਪਣੀ ਲਾਈਟ ਦੀ ਸਪੀਡ ਹੈਗੀ ਹੈ, ਜਿਵੇਂ ਕਿ ਤੁਹਾਡੀ ਜਿਹੜੀ ਸੂਰਜ ਦੀ ਰੋਸ਼ਨੀ ਆ ਉਹਦੀ ਸਪੀਡ ਕਿੰਨੀ ਹੁੰਦੀ ਹੈ ਐਂਡ ਜਿਹੜਾ ਸੂਰਜ ਹੈਗਾ ਆਪਣਾ, ਉਹਦੀਆਂ ਰੋਸ਼ਨੀ ਨੂੰ ਆਪਣੇ ਧਰਤੀ ਤੇ ਪਹੁੰਚਣ ਲੱਗਿਆ ਕਿੰਨਾ ਸਮਾਂ ਲੱਗਦਾ ਹੈ। ਐਂਡ ਇਸ ਤੋਂ ਬਾਅਦ ਆਪਾਂ ਪੜ੍ਹਾਂਗੇ ਆਰਿਆ ਭੱਟ ਬਾਰੇ ਕਿ ਆਰਿਆ ਭੱਟ ਕੌਣ ਹੁੰਦੇ ਸੀਗੇ। ਕਈ ਵਾਰ ਐਗਜ਼ਾਮ ਦੇ ਵਿੱਚੋਂ ਇੱਥੋਂ ਵੀ ਪ੍ਰਸ਼ਨ ਪੁੱਛ ਲਏ ਜਾਂਦੇ ਆ ਐਂਡ ਆਰਿਆ ਭੱਟ ਨੇ ਕਿਹੜੀ ਜਿਹੜੀ ਜ਼ਰੂਰੀ ਗੱਲ ਹੈਗੀ ਆ ਉਹਨਾਂ ਦੁਆਰਾ ਕਹੀ ਗਈ ਸੀ। ਸਭ ਤੋਂ ਪਹਿਲਾਂ ਆਪਾਂ ਗੱਲ ਕਰ ਰਹੇ ਸੀਗੇ ਦ ਅਰਥ ਇਨ ਦ ਸੋਲਰ ਸਿਸਟਮ। ਜਦੋਂ ਵੀ ਆਪਾਂ ਅਰਥ ਦੀ ਗੱਲ ਕਰਦੇ ਹਾਂ, ਆਪਾਂ ਨੂੰ ਕਿੰਨਾ ਹੀ ਫੈਸੀਨੇਟਿੰਗ ਲੱਗਦਾ ਆ ਕਿ ਯਾਰ ਆਪਣੀ ਅਰਥ ਦੇ ਵਿੱਚ ਕਿੰਨੀਆਂ ਸਾਰੀਆਂ ਇੰਟਰਸਟਿੰਗ ਚੀਜ਼ਾਂ ਹੈਗੀਆਂ ਨੇ। ਜਿਵੇਂ ਕਿ ਆਪਾਂ ਤਾਰਿਆਂ ਵੱਲ ਵੇਖਦੇ ਹਾਂ, ਰਾਤ ਨੂੰ ਤਾਂ ਤਾਰੇ ਟਿਮਟਿਮਾਉਂਦੇ ਆ, ਪਰ ਕੀ ਦਿਨੇ ਇਹ ਤਾਰੇ ਟਿਮਟਿਮਾਉਂਦੇ ਆ? ਸੋ ਇਹਦਾ ਜਵਾਬ ਹੈਗਾ ਜੀ ਬਿਲਕੁਲ ਨਹੀਂ। ਸੋ ਜਦੋਂ ਰਾਤ ਨੂੰ ਇਹ ਤਾਰੇ ਟਿਮਟਿਮਾਉਂਦੇ ਆ ਤੇ ਦਿਨੇ ਕਿਉਂ ਨਹੀਂ ਟਿਮਟਿਮਾਉਂਦੇ? ਦਿਨੇ ਵੀ ਟਿਮਟਿਮਾਉਂਦੇ ਆ, ਬਟ ਸੂਰਜ ਦੀ ਰੋਸ਼ਨੀ ਕਰਕੇ ਇੰਨੀ ਜ਼ਿਆਦਾ ਰੋਸ਼ਨੀ ਹੁੰਦੀ ਹੈ ਕਿ ਆਪਾਂ ਨੂੰ ਇਹ ਜਿਹੜੇ ਤਾਰੇ ਨੇ ਚਮਕਦੇ ਹੋਏ ਉਹ ਵਿਖਦੇ ਹੀ ਨਹੀਂ ਆਪਾਂ ਨੂੰ। ਸੋ ਇਹਦੇ ਪਿੱਛੇ ਇਹ ਰੀਜ਼ਨ ਹੈਗਾ ਜੀ। ਐਂਡ ਕਈ ਵਾਰ ਆਪਾਂ ਵੇਖਦੇ ਹਾਂ ਕਿ ਚੰਦਰਮਾ ਤੁਹਾਨੂੰ ਕੰਪਲੀਟ ਵਿਖਦਾ ਆ ਐਂਡ ਕਈ ਵਾਰ ਤੁਹਾਨੂੰ ਬਿਲਕੁਲ ਚੰਦਰਮਾ ਨਹੀਂ ਵਿਖਦਾ ਐਂਡ ਕਈ ਵਾਰ ਚੰਦਰਮਾ ਤੁਹਾਨੂੰ ਹਾਫ ਵਿਖਦਾ ਆ, ਕਦੇ ਕਦੇ ਥੋੜ੍ਹਾ ਵਿਖਦਾ ਆ। ਇਹਦੇ ਪਿੱਛੇ ਰੀਜ਼ਨ ਕੀ ਹੈ? ਸਭ ਤੋਂ ਪਹਿਲਾਂ ਆਪਾਂ ਇਹ ਵੇਖ ਲੈਂਦੇ ਹਾਂ ਕਿ ਜਦੋਂ ਆਪਾਂ ਨੂੰ ਪੂਰਾ ਚੰਦਰਮਾ ਵਿਖਦਾ ਆ, ਉਹਨੂੰ ਆਪਾਂ ਪੂਰਨਮਾਸੀ ਕਹਿੰਦੇ ਹਾਂ। ਕੀ ਕਹਿੰਦੇ ਆ ਜੀ? ਆਪਾਂ ਉਹਨੂੰ ਪੂਰਨਮਾਸੀ ਕਹਿੰਦੇ ਆ। ਐਂਡ ਇਸ ਤੋਂ ਬਾਅਦ ਜਦੋਂ ਆਪਾਂ ਨੂੰ ਜਿਹੜਾ ਚੰਦਰਮਾ ਹੈਗਾ ਜੀ ਉਹ ਬਿਲਕੁਲ ਵੀ ਨਹੀਂ ਵਿਖਦਾ, ਉਹਨੂੰ ਆਪਾਂ ਕਹਿੰਦੇ ਆ ਜੀ ਪੁੰਨਿਆ। ਕੀ ਕਹਿੰਦੇ ਆ ਜੀ? ਉਹਨੂੰ ਆਪਾਂ ਪੁੰਨਿਆ ਕਹਿ ਦਿੰਦੇ ਆ। ਐਂਡ ਦੋਸਤੋ ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸਦਾ ਕਿ ਚੰਦਰਮਾ ਦੀ ਆਪਦੀ ਰੋਸ਼ਨੀ ਨਹੀਂ ਹੁੰਦੀ। ਸੂਰਜ ਦੀਆਂ ਕਿਰਨਾਂ ਜਦੋਂ ਇਸ ਚੰਦਰਮਾ 'ਤੇ ਜਾਂ ਫਿਰ ਚੰਨ 'ਤੇ ਪੈਂਦੀਆਂ ਹੈਗੀਆਂ, ਉਹੀ ਸਾਨੂੰ ਰਿਫਲੈਕਟ ਹੋ ਕੇ ਵਿਖਦੀਆਂ ਆ ਤੇ ਆਪਾਂ ਨੂੰ ਲੱਗਦਾ ਕਿ ਯਾਰ ਚੰਦਰਮਾ ਦੀ ਆਪਦੀ ਰੋਸ਼ਨੀ
ਹੋਊਗੀ। ਚੰਦਰਮਾ ਬਾਰੇ ਆਪਾਂ ਹੁਣ ਵੀ ਡਿਟੇਲ ਵਿੱਚ ਸਮਝਾਂਗੇ ਇਸ ਚੈਪਟਰ ਦੇ ਵਿੱਚ ਹੀ। ਸਭ ਤੋਂ ਪਹਿਲਾਂ ਆਪਾਂ ਵੇਖ ਲੈਂਦੇ ਹਾਂ ਕਿ ਸੈਲੈਸਟੀਅਲ ਬੋਡੀਜ਼ ਕੀ ਹੁੰਦੀਆਂ ਨੇ। ਸੈਲੈਸਟੀਅਲ ਬੋਡੀਜ਼ ਆਪਣੇ ਆਕਾਸ਼ ਦੇ ਵਿੱਚ ਕਾਫੀ ਸਾਰੀਆਂ ਚੀਜ਼ਾਂ ਹੋ ਸਕਦੀਆਂ ਨੇ, ਜਿਵੇਂ ਕਿ ਉਹਦੇ ਵਿੱਚ ਪਲੈਨਟਸ ਆ ਸਕਦੇ ਨੇ, ਆਪਣਾ ਸੂਰਜ ਆ ਸਕਦਾ ਹੈ, ਸਟਾਰਸ ਆ ਸਕਦੇ ਨੇ ਜੀ, ਜਿਹੜੇ ਕਿ ਤਾਰੇ ਹੈਗੇ ਆ। ਤਾਰਿਆਂ ਦੇ ਨਾਲ ਜਿਹੜੇ ਡਸਟ ਹੈਗੀ ਹੈ ਜਾਂ ਫਿਰ ਛੋਟੀਆਂ-ਛੋਟੀਆਂ ਰੌਕਸ ਹੁੰਦੀਆਂ ਨੇ, ਇਹ ਸਾਰੀਆਂ ਹੀ ਸੈਲੈਸਟੀਅਲ ਬੋਡੀਜ਼ ਹੁੰਦੀਆਂ ਨੇ। ਕੁਝ ਸੈਲੈਸਟੀਅਲ ਬੋਡੀਜ਼ ਜਿਹਨੂੰ ਆਕਾਸ਼ੀ ਪਿੰਡ ਕਹਿੰਦੇ ਆਪਾਂ, ਕੁਝ ਤਾਂ ਚਮਕਦੀਆਂ ਨੇ, ਪਰ ਕੁਝ ਇਹੋ ਜਿਹੇ ਆਕਾਸ਼ੀ ਪਿੰਡ ਹੁੰਦੇ ਆ ਜਿਨ੍ਹਾਂ ਦੀ ਆਪਦੀ ਰੋਸ਼ਨੀ ਨਹੀਂ ਹੁੰਦੀ, ਜਿਵੇਂ ਕਿ ਆਪਣੇ ਪਲੈਨਟਸ ਹੈਗੇ ਆ ਜਾਂ ਫਿਰ ਆਪਣਾ ਜਿਹੜਾ ਮੂਨ ਹੈਗਾ ਆ, ਜਿਹੜਾ ਚੰਨ ਹੈਗਾ, ਇਹਨਾਂ ਦੀ ਆਪਦੀ ਰੋਸ਼ਨੀ ਤਾਂ ਹੁੰਦੀ ਨਹੀਂ। ਐਂਡ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਸੈਲੈਸਟੀਅਲ ਬੋਡੀ ਬਾਰੇ। ਤੁਸੀਂ ਸਮਝ ਲਿਆ ਹੋਊਗਾ ਕਿ ਸੈਲੈਸਟੀਅਲ ਬੋਡੀਜ਼ ਆਪਣੇ ਆਕਾਸ਼ ਵਿੱਚ ਵੇਖਣ ਨੂੰ ਮਿਲਦੀਆਂ ਨੇ। ਕੌਂਸਟੇਲੇਸ਼ਨਸ ਕੀ ਹੁੰਦੇ ਨੇ? ਕੌਂਸਟੇਲੇਸ਼ਨਸ ਆਪਾਂ ਤਾਰਾ ਮੰਡਲ ਨੂੰ ਕਹਿ ਦਿੰਦੇ ਆ। ਤਾਰਿਆਂ ਦਾ ਕੁਝ ਸਮੂਹ ਹੁੰਦਾ ਹੈ, ਤਾਰਿਆਂ ਦੇ ਕੁਝ ਗਰੁੱਪਸ ਹੁੰਦੇ ਹੈਗੇ ਆ ਜੀ, ਐਂਡ ਇਹ ਕੁਝ ਇੱਕ ਸਪੈਸੀਫਿਕ ਸ਼ੇਪ ਬਣਾਉਂਦੇ ਆ, ਜਿਵੇਂ ਕਿ ਅਰਸਾ ਮੇਜਰ ਤੇ ਬਿਗ ਬੀਅਰ ਇੱਕ ਇਹੋ ਜਿਹਾ ਕਹਿ ਸਕਦੇ ਆ ਤਾਰਾ ਮੰਡਲ ਦਾ ਨਾਮ ਹੈਗਾ ਆ। ਸਪਤਰਿਸ਼ੀ ਵੀ 7 ਤਾਰਿਆਂ ਦਾ ਸਮੂਹ ਹੈਗਾ ਆ। ਐਂਡ ਇਸ ਦੀ ਹੈਲਪ ਨਾਲ ਆਪਾਂ ਉੱਤਰ ਦਿਸ਼ਾ ਦਾ ਵੀ ਪਤਾ ਲਗਾ ਸਕਦੇ ਹਾਂ ਪੋਲ ਸਟਾਰ ਦੀ ਮਦਦ ਨਾਲ। ਧਰੁਵ ਤਾਰਾ ਬਾਰੇ ਤੁਸੀਂ ਜ਼ਰੂਰ ਸੁਣਿਆ ਹੋਊਗਾ ਜੀ। ਪੁਰਾਣੇ ਸਮਿਆਂ ਦੇ ਵਿੱਚ ਜਦੋਂ ਲੋਕਾਂ ਕੋਲ ਮੋਬਾਈਲ ਫੋਨ GPS ਨਹੀਂ ਹੁੰਦਾ ਸੀਗਾ, ਤੇ ਲੋਕ ਕੀ ਕਰਦੇ ਸੀਗੇ, ਇਹਨਾਂ ਤਾਰਿਆਂ ਦੀ ਵਰਤੋਂ ਕਰਦੇ ਸੀਗੇ ਉੱਤਰ ਦਿਸ਼ਾ ਵੱਲ ਜਾਣ ਲਈ, ਕਿਉਂਕਿ ਉਸ ਟਾਈਮ ਦੇ ਵਿੱਚ ਆਪਣੇ ਕੋਲ ਜ਼ਿਆਦਾ ਇਕਵਿਪਮੈਂਟਸ ਨਹੀਂ ਹੁੰਦੇ ਸੀ ਜਿਨ੍ਹਾਂ ਨਾਲ ਆਪਾਂ ਦਿਸ਼ਾ ਦਾ ਪਤਾ ਲਗਾ ਸਕੀਏ। ਸੋ ਉਸ ਟਾਈਮ ਦੇ ਵਿੱਚ ਪੋਲ ਸਟਾਰ ਇਹ ਕੁਝ ਜ਼ਿਆਦਾ ਹੀ ਚਮਕਣ ਵਾਲਾ ਤਾਰਾ ਹੁੰਦਾ ਆ, ਉੱਤਰ ਦਿਸ਼ਾ ਵਿੱਚ ਵੇਖਣ ਨੂੰ ਮਿਲਦਾ ਹੈ। ਅੱਜ ਦੇ ਟਾਈਮ ਵਿੱਚ ਵੀ ਤੁਸੀਂ ਵੇਖ ਸਕਦੇ ਹੋ। ਪੋਲ ਸਟਾਰ ਦੀ ਆਪਾਂ ਗੱਲ ਕਰ ਲਈ ਹੈ। ਹੁਣ ਆਪਾਂ ਜੇ ਗੱਲ ਕਰੀਏ ਗ੍ਰਹਿ ਜਿਹੜੇ ਹੁੰਦੇ ਨੇ ਜੀ, ਪਲੈਨਟਸ ਹੁੰਦੇ ਨੇ। ਪਲੈਨਟਸ ਕੀ ਹੁੰਦੇ ਆ ਜੀ? ਪਲੈਨਟਸ ਆਪਣੇ ਧਰਤੀ ਦੇ, ਆਪਣੇ ਸਨ ਦੇ, ਆਪਣੀ ਜਿਹੜੀ ਸਨ ਹੈਗੀ ਆ ਨਾ, ਸੂਰਜ ਜਿਹੜਾ ਹੈ, ਸੂਰਜ ਦੇ ਆਲੇ ਦੁਆਲੇ ਜਿਹੜੇ ਪਲੈਨਟਸ ਹੁੰਦੇ ਨੇ ਜੀ, ਉਹ ਚੱਕਰ ਕੱਢਦੇ ਨੇ। ਐਂਡ ਜਿਹੜੇ ਵੀ ਪਲੈਨਟਸ ਹੈਗੇ ਆ ਉਹ ਐਲਿਪਟੀਕਲ ਸ਼ੇਪ ਦੇ ਵਿੱਚ ਕੀ ਕਰਦੇ ਨੇ ਜੀ, ਉਹ ਗੇੜੇ ਕੱਢਦੇ ਨੇ। ਮੰਨ ਲਓ ਇਹ ਆਪਣੀ ਸਨ ਹੈ, ਆਪਣਾ ਇੱਕ ਇੱਥੇ ਕੋਈ ਪਲੈਨਟ ਹੈ, ਉਹ ਇਸ ਤਰ੍ਹਾਂ ਰਾਊਂਡ ਨਹੀਂ ਕੱਢਦੇ, ਮਤਲਬ ਬਿਲਕੁਲ ਰਾਊਂਡ ਨਹੀਂ ਹੁੰਦਾ, ਉਹ ਕੁਝ ਇਸ ਤਰ੍ਹਾਂ ਦੀ ਸ਼ੇਪ ਵਾਲੇ ਕਹਿ ਸਕਦੇ ਹਾਂ ਕਿ ਇਸ ਤਰ੍ਹਾਂ ਉਹਨਾਂ ਦੇ ਪਾਥ ਬਣੇ ਹੁੰਦੇ ਆ। ਉਹ ਇਸ ਤਰ੍ਹਾਂ ਗੇੜੇ ਕੱਢਦੇ ਨੇ ਕਿਹਦੇ ਆਲੇ ਦੁਆਲੇ? ਸੂਰਜ ਦੇ ਆਲੇ ਦੁਆਲੇ ਜਿੰਨੇ ਵੀ ਪਲੈਨਟਸ ਹੈਗੇ ਨੇ। ਹੁਣ ਆਪਾਂ ਇਸ ਤੋਂ ਬਾਅਦ ਸੂਰਜੀ ਪਰਿਵਾਰ ਦੀ ਵੀ ਗੱਲ ਕਰਾਂਗੇ ਕਿ ਸੂਰਜੀ ਪਰਿਵਾਰ ਦੇ ਵਿੱਚ ਤੁਹਾਨੂੰ ਕਿਹੜੀਆਂ-ਕਿਹੜੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਜੀ, ਇਹ ਵੇਖਣ ਨੂੰ ਮਿਲਦੀਆਂ ਨੇ। ਜਿਵੇਂ ਕਿ ਆਪਣੇ ਸੂਰਜੀ ਪਰਿਵਾਰ ਦੇ ਵਿੱਚ ਤੁਹਾਨੂੰ ਸੂਰਜ ਵੇਖਣ ਨੂੰ ਮਿਲੇਗਾ। ਐਂਡ ਸੂਰਜ ਜਿਹੜਾ ਹੈਗਾ ਜੀ, ਉਹ ਬਿਲਕੁਲ ਹੀ ਮਿਡਲ ਦੇ ਵਿੱਚ ਹੈ। ਇਹਦੇ ਵਿੱਚ ਤੁਹਾਨੂੰ 8 ਪਲੈਨਟਸ ਵੇਖਣ ਨੂੰ ਮਿਲਣਗੇ। ਇਸ ਤੋਂ ਪਹਿਲਾਂ ਆਪਣੇ 9 ਪਲੈਨਟਸ ਹੋਇਆ ਕਰਦੇ ਸੀ, ਬਟ ਇੱਕ ਪਲੈਨਟਸ ਨੂੰ ਬਾਹਰ ਕੱਢ ਦਿੱਤਾ ਸੀਗਾ, ਪਲੂਟੋ ਨੂੰ। ਕਿਉਂਕਿ ਉਹ ਕਹਿੰਦੇ ਸੀਗੇ ਕਿ ਜਿਹੜੇ ਪਲੈਨਟਸ ਗਾਈਡਲਾਈਨਸ ਨੂੰ ਫੋਲੋ ਕਰਦੇ ਹੈਗੇ ਆ, ਉਹਨਾਂ ਦੇ ਆਪਣੇ ਵੱਖਰੇ ਪਾਥ ਹੈਗੇ ਆ, ਬਟ ਪਲੂਟੋ ਦਾ ਇਹੋ ਜਿਹਾ ਕੋਈ ਪਾਥ ਨਹੀਂ ਹੈਗਾ, ਜਿਹਦੇ ਕਰਕੇ ਉਹਨੂੰ ਡਵਾਰਫ ਪਲੈਨਟ ਕਿਹਾ ਜਾਣ ਲੱਗਿਆ। ਐਂਡ ਉਹਨੂੰ ਪਲੈਨਟਸ ਦੀ ਲਿਸਟ ਵਿੱਚੋਂ ਕੱਢ ਦਿੱਤਾ ਗਿਆ ਸੀਗਾ। ਇਸੇ ਤਰ੍ਹਾਂ ਹੀ ਆਪਣੇ ਸੋਲਰ ਸਿਸਟਮ ਦੇ ਵਿੱਚ ਤੁਹਾਨੂੰ ਸੈਟੇਲਾਈਟਸ, ਉਪਗ੍ਰਹਿ ਵੀ ਵੇਖਣ ਨੂੰ ਮਿਲਦੇ ਹੈਗੇ ਆ। ਐਸਟਰੋਇਡਸ ਐਂਡ ਮੀਟਰੋਇਡਸ ਵੀ ਤੁਹਾਨੂੰ ਆਪਣੇ ਇਸ ਸੋਲਰ ਸਿਸਟਮ ਦੇ ਵਿੱਚ ਵੇਖਣ ਨੂੰ ਮਿਲਦੇ ਹੈਗੇ ਆ, ਜਿਹਨੂੰ ਤੁਸੀਂ ਉਲਕਾ ਪਿੰਡ ਵਗੈਰਾ ਵੀ ਕਹਿ ਦਿੰਦੇ ਹੋ। ਹੁਣ ਆਪਾਂ ਗੱਲ ਕਰਦੇ ਹਾਂ ਸਨ ਦੀ। ਸੂਰਜ ਦੀ ਆਪਾਂ ਜੇ ਗੱਲ ਕਰੀਏ ਤੇ ਆਪਣੇ ਬ੍ਰਹਿਮੰਡ ਦੇ ਵਿੱਚ, ਆਪਣੇ ਇਸ ਗਲੈਕਸੀ ਦੇ ਵਿੱਚ ਜਿਹੜਾ એનર્ਜੀ ਦਾ ਸਭ ਤੋਂ ਵੱਡਾ ਸੋਰਸ ਹੈ, ਉਹ ਕੀ ਹੈਗਾ ਜੀ? ਉਹ ਹੈਗਾ ਜੀ ਆਪਣਾ ਸਨ, ਆਪਣਾ ਸੂਰਜ। ਇਹ ਬਿਲਕੁਲ ਹੀ ਸੈਂਟਰ ਦੇ ਵਿੱਚ ਸਥਿਤ ਹੈਗਾ ਜੀ, ਕਿਹਦੇ? ਆਪਣੇ ਸੋਲਰ ਸਿਸਟਮ ਦੇ ਵਿੱਚ। ਇਹ ਬਣਿਆ ਹੋਇਆ ਜੀ ਬਿਲਕੁਲ ਬਹੁਤ ਜ਼ਿਆਦਾ ਹੌਟ ਗੈਸਿਸ ਨਾਲ, ਜਿਹਦੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਆਪਾਂ ਨੂੰ ਗਰਮੀ ਪ੍ਰਾਪਤ ਹੁੰਦੀ ਆ। ਇੰਨੀ ਦੂਰ ਹੈਗਾ, ਮੰਨ ਕੇ ਵੇਖੋ ਤੁਸੀਂ, ਇੱਥੇ 150 ਮਿਲੀਅਨ ਕਿਲੋਮੀਟਰ ਦੂਰ ਹੈਗਾ ਆ ਆਪਣੀ ਧਰਤੀ ਤੋਂ। 150 ਮਿਲੀਅਨ ਕਿੰਨਾ ਹੁੰਦਾ ਜੀ? 1 ਮਿਲੀਅਨ ਦੇ ਵਿੱਚ 10 ਲੱਖ ਹੁੰਦੇ ਨੇ, ਤੇ 150 ਮਿਲੀਅਨ ਬਣ ਗਏ ਜੀ ਆਪਣੇ। 15 ਕਰੋੜ ਕਿਲੋਮੀਟਰ ਦੂਰ ਹੈਗਾ ਆ ਆਪਣੀ ਧਰਤੀ ਤੋਂ। 15 ਕਰੋੜ ਕਿਲੋਮੀਟਰ ਦੂਰ ਹੋਣ ਦੇ ਬਾਵਜੂਦ ਵੀ ਵੇਖੋ ਇਹਨਾਂ ਦੀ ਜਿਹੜੀ ਗਰਮੀ ਹੈਗੀ ਆ ਆਪਣੀ ਧਰਤੀ ਤੱਕ ਪਹੁੰਚ ਰਹੀ ਹੈ। ਠੀਕ ਹੈ ਜੀ। ਆਪਾਂ ਹੁਣ ਸੂਰਜ ਦੀ ਗੱਲ ਤਾਂ ਕਰ ਲਈ ਆ, ਹੁਣ ਆਪਾਂ ਗੱਲ ਕਰਦੇ ਹਾਂ ਜੀ ਪਲੈਨਟਸ ਦੀ। ਪਲੈਨਟਸ ਕਿੰਨੇ ਨੇ ਜੀ ਆਪਣੇ ਧਰਤੀ ਤੇ? ਪਲੈਨਟਸ ਤੁਹਾਨੂੰ ਵੇਖਣ ਨੂੰ ਮਿਲਦੇ ਨੇ ਜੀ 8। ਪਲੈਨਟਸ ਕਿੰਨੇ ਵੇਖਣ ਨੂੰ ਮਿਲਦੇ ਨੇ ਜੀ? ਜਿਹੜੇ ਗ੍ਰਹਿ ਹੈਗੇ ਆ, ਪਲੈਨਟਸ ਨੂੰ ਆਪਾਂ ਪੰਜਾਬੀ ਵਿੱਚ ਗ੍ਰਹਿ ਕਹਿੰਦੇ ਆ। 8 ਪਲੈਨਟਸ ਤੁਹਾਨੂੰ ਵੇਖਣ ਨੂੰ ਮਿਲਦੇ ਨੇ। ਐਂਡ ਇਹ ਜਿਹੜੇ ਪਲੈਨਟਸ ਨੇ ਆਪਣੇ ਸੂਰਜ ਦੇ ਆਲੇ ਦੁਆਲੇ ਗੇੜੇ ਕੱਢਦੇ ਆ, ਚੱਕਰ ਕੱਢਦੇ ਆ। ਜਿਵੇਂ ਮੰਨ ਲਓ ਇਹ ਆਪਣਾ ਸੂਰਜ ਹੈ, ਸੂਰਜ ਦੇ ਆਲੇ ਦੁਆਲੇ ਜਿੰਨੇ ਵੀ ਪਲੈਨਟਸ ਹੈਗੇ ਆ, ਉਹ ਕੀ ਕਰਦੇ ਨੇ ਜੀ? ਇਹ ਗੇੜੇ ਕੱਢਦੇ ਨੇ। ਐਂਡ ਇਹਨਾਂ ਦਾ ਜਿਹੜਾ ਸਮਾਂ ਹੈਗਾ ਜੀ, ਉਹ ਵੱਖਰਾ ਹੋ ਸਕਦਾ ਹੈ। ਜਿਵੇਂ ਆਪਾਂ ਗੱਲ ਕਰਦੇ ਹਾਂ ਜਿਹੜਾ ਮਰਕਰੀ ਪਲੈਨਟ ਹੈਗਾ ਆ, ਜਿਹਨੂੰ ਤੁਸੀਂ ਪੰਜਾਬੀ ਵਿੱਚ ਬੁੱਧ ਗ੍ਰਹਿ ਕਹਿੰਦੇ ਹੋ, ਇਹ ਜਿਹੜਾ ਗ੍ਰਹਿ ਹੈਗਾ ਆ, ਇਸ ਸੂਰਜ ਦੇ ਆਲੇ ਦੁਆਲੇ ਚੱਕਰ ਲਾਉਣ ਨੂੰ ਇਹਨੂੰ 88 ਦਿਨ ਲੱਗ ਜਾਂਦੇ ਆ। ਕਿੰਨੇ ਦਿਨ ਲੱਗ ਜਾਂਦੇ ਆ? 88 ਦਿਨ। ਐਂਡ ਜੇ ਆਪਾਂ ਕੰਪੇਅਰ ਕਰੀਏ ਬਾਕੀ ਸਾਰੇ ਪਲੈਨਟਸ ਨਾਲ, ਤੇ ਸਭ ਤੋਂ ਜਿਹੜਾ ਘੱਟ ਸਮਾਂ ਹੈਗਾ ਆ, ਉਹ ਕਿਹਨੂੰ ਲੱਗਦਾ ਆ?
ਉਹ ਲੱਗਦਾ ਆ, ਆਪਾਂ ਕਹਿ ਸਕਦੇ ਹਾਂ 88 ਦਿਨ ਲੱਗ ਜਾਂਦੇ ਆ। 88 ਦਿਨ ਇਹਨਾਂ ਨੂੰ ਮਰਕਰੀ ਨੂੰ ਭਾਵ ਬੁੱਧ ਨੂੰ ਸੂਰਜ ਦੇ ਆਲੇ ਦੁਆਲੇ ਗੇੜੇ ਕੱਢਣ 'ਚ ਲੱਗ ਜਾਂਦੀ ਹੈ। ਵੈਸੇ ਜੇ ਆਪਾਂ ਧਰਤੀ ਦੀ ਗੱਲ ਕਰੀਏ, ਧਰਤੀ ਨੂੰ ਕਿੰਨਾ ਸਮਾਂ ਲੱਗਦਾ ਆ, ਜੇਕਰ ਆਪਾਂ ਸੂਰਜ ਦੀ ਗੱਲ ਕਰੀਏ, ਸੂਰਜ ਦੇ ਆਲੇ ਦੁਆਲੇ ਚੱਕਰ ਲਾਉਣ 'ਚ ਉਹਨੂੰ ਲੱਗ ਜਾਂਦੇ ਨੇ ਜੀ 365 ਦਿਨ, 365 ਡੇਜ਼ ਲੱਗ ਜਾਂਦੇ ਨੇ। ਬਟ ਜੇ ਹੀ ਆਪਾਂ ਗੱਲ ਕਰੀਏ ਕਿ ਧਰਤੀ ਨੂੰ ਆਪ ਦੇ ਐਕਸਿਸ 'ਤੇ ਚੱਕਰ ਲਾਉਣ 'ਚ ਕਿੰਨਾ ਸਮਾਂ ਲੱਗ ਜਾਂਦਾ ਆ, ਆਪਾਂ ਲਗਭਗ ਕਹਿ ਸਕਦੇ ਹਾਂ ਜੀ 24 ਘੰਟੇ ਲੱਗ ਜਾਂਦੇ ਆ, ਜਿਹੜਾ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈਗਾ ਆ। ਐਂਡ ਮੈਂ ਗੱਲ ਕੀਤੀ ਸੀ ਕਿ ਜਿਹੜੇ ਪਲੈਨਟਸ ਹੁੰਦੇ ਨੇ ਜੀ, ਇਹ ਸੂਰਜ ਦੇ ਆਲੇ ਦੁਆਲੇ ਦਾ ਗੇੜੇ ਕੱਢਦੇ ਹੀ ਨੇ। ਇਹਨਾਂ ਦੇ ਆਪ ਦੇ ਵੱਖਰੇ ਵੱਖਰੇ ਫਿਕਸਡ ਪਾਥ ਹੁੰਦੇ ਆ, ਮਤਲਬ ਕਿ ਇਹਨਾਂ ਦਾ ਜਿਹੜਾ ਫਿਕਸ ਪਾਥ ਹੈਗਾ ਆ, ਇਹ ਜਿਵੇਂ ਮੰਨ ਲਓ ਕਿ ਆਪਣੀ ਅਰਥ ਜਿਹੜੀ ਹੈਗੀ ਆ ਇਸ ਵਾਲੇ ਰੂਟ ਤੇ ਜਾ ਰਹੀ ਹੈ, ਇਹ ਨਹੀਂ ਹੋਣਾ ਕਿ ਆਹ ਵਾਲੇ ਰੂਟ ਤੇ ਜਾਣਾ ਸ਼ੁਰੂ ਕਰ ਦੇਵੇ, ਬਿਲਕੁਲ ਨਹੀਂ। ਸੋ ਇਹਨਾਂ ਦੇ ਆਪਣੇ ਫਿਕਸਡ ਪਾਥ ਹੁੰਦੇ ਹੈਗੇ ਆ। ਐਂਡ ਇੱਕ ਹੋਰ ਆਪਾਂ ਜ਼ਰੂਰੀ ਗੱਲ ਕਹਿ ਰਹੇ ਸੀਗੇ ਕਿ ਜਿਹੜੀ ਆਪਣੀ ਸਨ ਹੈਗੀ ਆ ਨਾ, ਸਨ ਕੋਲ ਇੱਕ ਖਿਚਾਓ ਬਲ ਹੈਗਾ ਆ, ਇੱਕ ਇਹੋ ਜਿਹੀ ਫੋਰਸ ਹੈਗੀ ਆ ਕਿ ਇਹ ਸਾਰੇ ਹੀ 8 ਦੇ 8 ਜਿਹੜੇ ਪਲੈਨਟਸ ਨੇ ਇਹਨਾਂ ਨੂੰ ਬੰਨ੍ਹ ਕੇ ਰੱਖਦੀ ਹੈ। ਠੀਕ ਹੈ ਜੀ, ਇਹਨਾਂ ਸਾਰੇ ਹੀ ਪਲੈਨਟਸ ਨੂੰ ਇਹ ਜਿਹੜੀ ਆਪਣੀ ਅਰਥ ਹੈਗੀ ਆ, ਆਪਣੀ ਆਪਣਾ ਜਿਹੜਾ ਸੂਰਜ ਹੈਗਾ ਜੀ, ਇਹ ਬੰਨ੍ਹ ਕੇ ਰੱਖਦਾ ਹੈ। ਇੱਕ ਵਾਰ ਮੈਂ ਨਾ ਤੁਹਾਨੂੰ ਡਾਇਗਰਾਮ ਵੀ ਵਿਖਾ ਦਿੰਦਾ ਕਿਹਦੀ, ਆਪਣੇ ਸੋਲਰ ਸਿਸਟਮ ਦੀ। ਤੁਸੀਂ ਵੇਖ ਸਕਦੇ ਹੋ ਜਿਵੇਂ ਕਿ ਆਪਣੇ 3rd ਨੰਬਰ ਵਾਲੀ ਜਿਹੜੀ ਡਾਇਗਰਾਮ ਹੈਗੀ ਆ, ਇੱਥੇ ਤੁਸੀਂ ਵੇਖੋ ਮਿਡਲ ਦੇ ਵਿੱਚ ਕੀ ਹੈਗਾ ਜੀ, ਮਿਡਲ ਵਿੱਚ ਤੁਹਾਨੂੰ ਸਨ ਵੇਖਣ ਨੂੰ ਮਿਲ ਰਿਹਾ ਹੋਊਗਾ। ਮਿਡਲ ਵਿੱਚ ਜੇ ਸਨ ਵੇਖਣ ਨੂੰ ਮਿਲ ਰਿਹਾ ਤੇ ਪਹਿਲੇ ਤੇ ਕਿਹੜਾ ਗ੍ਰਹਿ ਹੈਗਾ ਜੀ, ਪਹਿਲੇ ਤੇ ਤੁਹਾਨੂੰ ਇੱਥੇ ਮਰਕਰੀ ਵੇਖਣ ਨੂੰ ਮਿਲ ਰਿਹਾ ਹੋਣਾ। ਮਰਕਰੀ ਤੋਂ ਬਾਅਦ ਤੁਹਾਨੂੰ ਇੱਥੇ ਵੀਨਸ ਵੇਖਣ ਨੂੰ ਮਿਲ ਰਿਹਾ ਹੋਊਗਾ। ਵੀਨਸ ਤੋਂ ਬਾਅਦ ਅਰਥ ਤੋਂ ਬਾਅਦ ਮਾਰਸ ਤੋਂ ਬਾਅਦ ਇੱਥੇ ਤੁਹਾਨੂੰ ਜੂਪੀਟਰ ਵੇਖਣ ਨੂੰ ਮਿਲ ਰਿਹਾ ਹੋਊਗਾ। ਬਟ ਤੁਸੀਂ ਇੱਕ ਗੱਲ ਨੋਟਿਸ ਕੀਤੀ, ਮਾਰਸ ਤੇ ਜੂਪੀਟਰ ਦੇ ਵਿੱਚ ਇੱਕ ਤੁਹਾਨੂੰ ਇੱਕ ਵਾਈਟ ਜੀ ਬਲੈਕ ਐਂਡ ਵਾਈਟ ਜੀ ਪੱਟੀ ਵਿਖ ਰਹੀ ਆ। ਇਹ ਕੀ ਹੈ ਜੀ, ਇਹਨੂੰ ਆਪਾਂ ਐਸਟਰੋਇਡ ਬੈਲਟ ਕਹਿ ਦਿੰਦੇ ਆ। ਕੀ ਕਹਿੰਦੇ ਆ ਜੀ, ਐਸਟਰੋਇਡ ਬੈਲਟ ਕਹਿ ਦਿੰਦੇ ਆ। ਇਹਦੇ ਬਾਰੇ ਆਪਾਂ ਇਸ ਵੀਡੀਓ ਵਿੱਚ ਹੀ ਗੱਲ ਕਰਾਂਗੇ, ਅੱਗੇ ਮੈਂ ਤੁਹਾਨੂੰ ਸਮਝਾਊਂਗਾ। ਬਟ ਤੁਸੀਂ ਇਹ ਗੱਲ ਜ਼ਰੂਰ ਯਾਦ ਕਰ ਲਿਓ, ਮਾਰਸ ਤੇ ਜੂਪੀਟਰ ਦੇ ਵਿਚਕਾਰ ਤੁਹਾਨੂੰ ਇੱਕ ਪੱਟੀ ਵੇਖਣ ਨੂੰ ਮਿਲਦੀ ਆ, ਜਿਹਨੂੰ ਤੁਸੀਂ ਐਸਟਰੋਇਡ ਬੈਲਟ ਕਹਿ ਦਿੰਦੇ ਹੋ। ਜੂਪੀਟਰ ਤੋਂ ਬਾਅਦ ਆ ਗਿਆ ਜੀ ਸੈਟਰਨ ਤੋਂ ਬਾਅਦ ਆ ਗਿਆ ਜੀ ਯੂਰੇਨਸ ਤੋਂ ਬਾਅਦ ਲਾਸਟ ਤੇ ਆ ਗਿਆ ਨੈਪਚੂਨ। ਐਂਡ ਨੈਪਚੂਨ ਨੂੰ ਸਭ ਤੋਂ ਵੱਧ ਸਮਾਂ ਲੱਗਦਾ ਹੈ ਸੂਰਜ ਦੇ ਆਲੇ ਦੁਆਲੇ ਗੇੜੇ ਕੱਢਣ ਦੇ ਵਿੱਚ। ਹੁਣ ਆਪਾਂ ਕਿਹਦੀ ਗੱਲ ਕਰ ਰਹੇ ਸੀਗੇ, ਆਪਾਂ ਗੱਲ ਕਰ ਰਹੇ ਸੀਗੇ ਜੀ ਆਪਣੇ ਪਲੈਨਟਸ ਦੀ, ਜਿਹਦੇ ਵਿੱਚ ਆਪਾਂ ਮੇਨਲੀ ਕੀ ਗੱਲ ਕੀਤੀ ਸੀਗੀ ਕਿ ਆਪਣਾ ਜਿਹੜਾ ਨੀਅਰੈਸਟ ਪਲੈਨਟ ਹੈਗਾ ਆ, ਨੀਅਰੈਸਟ ਪਲੈਨਟ ਤੋਂ ਕੀ ਭਾਵ ਜੀ, ਜਿਹੜਾ ਕਿ ਸਭ ਤੋਂ ਨੇੜੇ ਪਲੈਨਟ ਹੈਗਾ ਆ ਆਪਣੇ ਸੂਰਜ ਦੇ, ਉਹ ਕਿਹੜਾ ਪਲੈਨਟ ਹੈਗਾ ਜੀ, ਉਹ ਹੈਗਾ ਜੀ ਬੁੱਧ ਮਰਕਰੀ। ਇੱਕ ਅਰਥ ਦਾ ਜੁੜਵਾ ਪਲੈਨਟ ਵੀ ਹੈਗਾ ਆ, ਟਵਿਨ ਪਲੈਨਟ ਹੈਗਾ ਆ, ਉਹਦਾ ਕੀ ਨਾਮ ਹੈ, ਉਹਦਾ ਨਾਮ ਹੈਗਾ ਜੀ ਵੀਨਸ, ਸ਼ੁੱਕਰ ਕਹਿ ਦਿੰਦੇ ਆਪਾਂ ਉਹਨੂੰ। ਇੱਕ ਡਵਾਰਫ ਪਲੈਨਟ ਦੀ ਵੀ ਆਪਾਂ ਗੱਲ ਕਰੀ ਸੀਗੀ। ਡਵਾਰਫ ਪਲੈਨਟ ਜਿਹੜਾ ਹੈਗਾ ਆ, ਬੌਣਾ ਗ੍ਰਹਿ ਕਹਿ ਦਿੰਦੇ ਆਪਾਂ ਇਹਨੂੰ, ਉਹ ਕਿਹੜਾ ਹੈਗਾ ਜੀ, ਪਲੂਟੋ, ਜਿਹਨੂੰ ਕਿ ਗ੍ਰਹਿ ਦੀ ਲਿਸਟ ਵਿੱਚੋਂ ਕੱਢ ਦਿੱਤਾ ਗਿਆ ਹੈ। ਕਦੋਂ ਕੱਢਿਆ ਗਿਆ ਸੀਗਾ ਜੀ, 2006 ਤੋਂ ਬਾਅਦ, ਅਗਸਤ 2006 ਤੋਂ ਬਾਅਦ ਇਹਨੂੰ ਗ੍ਰਹਿ ਮੰਨਣ ਤੋਂ ਇਨਕਾਰ ਕਰ ਦਿੱਤਾ ਗਿਆ ਸੀਗਾ। ਐਂਡ ਇਹ ਫੈਸਲਾ ਲਿਆ ਗਿਆ ਸੀਗਾ ਇੰਟਰਨੈਸ਼ਨਲ ਐਸਟਰੋਨੋਮਿਕਲ ਯੂਨੀਅਨ ਦੁਆਰਾ। ਕਿਹਦੇ ਦੁਆਰਾ ਲਿਆ ਗਿਆ ਸੀਗਾ, ਇੰਟਰਨੈਸ਼ਨਲ ਐਸਟਰੋਨੋਮਿਕਲ ਯੂਨੀਅਨ ਦੁਆਰਾ। ਹੁਣ ਆਪਾਂ ਗੱਲ ਕਰ ਰਹੇ ਸੀਗੇ ਕਿ ਜੇਕਰ ਤੁਸੀਂ ਇਹਨਾਂ ਪਲੈਨਟਸ ਨੂੰ ਯਾਦ ਕਰਨਾ ਆ ਸੀਕੁਐਂਸ ਵਾਈਜ਼, ਉਹ ਤੁਸੀਂ ਕਿਵੇਂ ਕਰ ਸਕਦੇ ਹੋ। ਸੋ ਇਹਦਾ ਜਿਹੜਾ ਸਭ ਤੋਂ ਸੌਖਾ ਤਰੀਕਾ ਹੈਗਾ ਕਿ ਤੁਸੀਂ ਆ ਜਿਹੜਾ ਇੱਕ ਨਿਊਮੋਨਿਕਸ ਬਣਾਇਆ ਹੋਇਆ, ਤੁਸੀਂ ਇਹ ਯਾਦ ਕਰ ਲੈਣਾ ਹੈ। ਕਿਹੜਾ ਨਿਊਮੋਨਿਕਸ ਹੈਗਾ ਜੀ, MVEM ਜੇਸਨ, MVEM ਜੇਸਨ। ਇਹਨੂੰ ਤੁਸੀਂ 5 ਤੋਂ ਲੈ ਕੇ 6 ਵਾਰ ਬੋਲੋਗੇ ਨਾ ਤੇ ਤੁਹਾਨੂੰ ਇਹ ਗੱਲ ਯਾਦ ਹੋ ਜਾਣੀ ਆ। ਜਿਵੇਂ ਕਿ M ਤੋਂ ਕੀ ਬਣਿਆ ਸੀਗਾ ਜੀ, ਪਹਿਲਾ ਅੱਖਰ ਹੈਗਾ ਜੀ ਮਰਕਰੀ ਨੂੰ ਤੁਸੀਂ ਬੁੱਧ ਕਹਿ ਦਿੰਦੇ ਹੋ ਪੰਜਾਬੀ ਵਿੱਚ। V ਆ ਗਿਆ ਜੀ ਵੀਨਸ ਨੂੰ ਆਪਾਂ ਸ਼ੁੱਕਰ ਕਹਿ ਦਿੰਦੇ ਆ। E ਆ ਗਿਆ ਜੀ ਅਰਥ ਨੂੰ ਆਪਾਂ ਧਰਤੀ ਕਹਿ ਦਿੰਦੇ ਆ। M ਆ ਗਿਆ ਜੀ ਮਾਰਸ ਨੂੰ ਆਪਾਂ ਮੰਗਲ ਕਹਿ ਦਿੰਦੇ ਆ। ਉਸ ਤੋਂ ਬਾਅਦ ਆ ਗਿਆ ਜੀ J ਜੂਪੀਟਰ, ਬ੍ਰਹਿਸਪਤੀ ਤੋਂ ਬਾਅਦ ਤੁਸੀਂ ਵੇਖੋ S ਸੈਟਰਨ ਨੂੰ ਆਪਾਂ ਸ਼ਨੀ ਕਹਿ ਦਿੰਦੇ ਆ। U ਤੋਂ ਆ ਗਿਆ ਜੀ ਯੂਰੇਨਸ, ਅਰੁਣ, ਅੱਗੇ ਆ ਗਿਆ ਜੀ ਐਨ ਤੋਂ ਆ ਗਿਆ ਜੀ ਨੈਪਚੂਨ। ਠੀਕ ਹੈ ਜੀ। ਵੈਸੇ ਦੋਸਤੋ ਆ ਜਿੰਨੇ ਵੀ ਪਲੈਨਟਸ ਨੇ, ਇਹਨਾਂ ਦੀ ਜਿਹੜੀ ਗਤੀ ਹੈਗੀ ਆ, ਇਹ ਘੁੰਮਦੇ ਕਿਵੇਂ ਨੇ, ਇਹ ਘੁੰਮਦੇ ਨੇ ਜੀ ਈਸਟ ਟੂ ਵੈਸਟ। ਕਿਵੇਂ ਘੁੰਮਦੇ ਨੇ ਜੀ, ਈਸਟ ਟੂ ਵੈਸਟ ਘੁੰਮਦੇ ਨੇ। ਠੀਕ ਹੈ ਜੀ, ਮਤਲਬ ਕਿ ਆਪਾਂ ਗੱਲ ਕਰ ਰਹੇ ਸੀਗੇ, ਸੌਰੀ ਮੈਂ ਥੋੜਾ ਜਿਹਾ ਭੁਲੇਖੇ ਦੇ ਵਿੱਚ ਕਹਿਤਾ, ਮਤਲਬ ਕਿ ਇਹ ਜਿੰਨੇ ਵੀ ਪਲੈਨਟਸ ਨੇ ਇੱਥੇ, ਇਹ ਸਾਰੇ ਵੈਸਟ ਟੂ ਈਸਟ ਕੀ ਕਰਦੇ ਨੇ ਜੀ, ਘੁੰਮਦੇ ਹੈਗੇ ਆ। ਬਟ 2 ਪਲੈਨਟ ਇਹੋ ਜਿਹੇ ਹੈਗੇ ਆ ਕਿ ਜਿਨ੍ਹਾਂ ਦੀ ਜਿਹੜੀ ਡਾਇਰੈਕਸ਼ਨ ਹੈਗੀ ਆ ਉਹ ਆਪੋਜ਼ਿਟ ਹੈਗੀ ਆ, ਉਹ ਈਸਟ ਟੂ ਵੈਸਟ ਘੁੰਮਦੇ ਆ। ਉਹ ਕਿਹੜੇ ਪਲੈਨਟ ਹੈਗੇ ਆ, ਸੋ ਉਹ ਜਿਹੜੇ 2 ਪਲੈਨਟ ਹੈਗੇ ਆ ਜੀ, ਉਹ ਹੈਗੇ ਆ ਜੀ ਵੀਨਸ ਐਂਡ ਯੂਰੇਨਸ। ਨਸ ਇਹਨਾਂ ਦੇ ਵਿੱਚ ਆ ਰਿਹਾ, ਤੁਸੀਂ ਇਸ ਤਰ੍ਹਾਂ ਯਾਦ ਕਰ ਲਿਓ ਕਿ ਵੀਨਸ ਐਂਡ ਯੂਰੇਨਸ ਇਹੋ ਜਿਹੇ ਪਲੈਨਟ ਹੈਗੇ ਆ ਜਿਹੜੇ ਕਿ ਬਾਕੀ ਸਾਰੇ ਪਲੈਨਟਸ ਦੇ ਕੰਪੈਰੀਜ਼ਨ ਲਈ ਉਹ ਕੀ ਕਰਦੇ ਨੇ ਜੀ, ਆਪੋਜ਼ਿਟ ਘੁੰਮਦੇ ਹੈਗੇ ਆ। ਬਾਕੀ ਸਾਰੇ ਪਲੈਨਟਸ ਕਿਵੇਂ ਘੁੰਮਦੇ ਨੇ ਜੀ, ਇਹ ਵੈਸਟ ਟੂ ਈਸਟ ਘੁੰਮਦੇ ਆ। ਫਿਰ ਹੀ ਆਪਣੇ ਦਿਨ ਰਾਤ ਬਣਦਾ ਆ, ਵੈਸਟ ਟੂ ਈਸਟ ਘੁੰਮਦੇ ਹੈਗੇ ਆ। ਕਿਹੜੇ ਪਲੈਨਟ, ਮਰਕਰੀ, ਅਰਥ,
ਜੂਪੀਟਰ, ਸੈਟਰਨ ਐਂਡ ਨੈਪਚੂਨ। ਐਂਡ ਦੋਸਤੋ ਇਹਨਾਂ ਪਲੈਨਟਸ ਦੀ ਜੇਕਰ ਆਪਾਂ ਹੋਰ ਵੀ ਇੰਟਰਸਟਿੰਗ ਗੱਲ ਕਰੀਏ ਕਿ ਸਭ ਤੋਂ ਵੱਧ ਘਣਤਾ ਵਾਲਾ ਗ੍ਰਹਿ ਕਿਹੜਾ ਹੈਗਾ ਆ, ਮਤਲਬ ਇਹ ਕਿ ਮੰਨ ਲਓ ਮੈਂ ਇਹਨਾਂ ਗ੍ਰਹਿ ਨੂੰ ਪਾਣੀ ਵਿੱਚ ਸਿੱਟਤਾ ਤੇ ਇਹੋ ਜਿਹਾ ਕਿਹੜਾ ਗ੍ਰਹਿ ਹੋਊਗਾ ਕਿ ਜਿਹੜਾ ਪਾਣੀ ਵਿੱਚ ਡੁੱਬ ਜੂਗਾ ਜਾਂ ਫਿਰ ਪਾਣੀ ਵਿੱਚ ਤੈਰਨਾ ਸ਼ੁਰੂ ਕਰ ਦੂਗਾ। ਸੋ ਸਭ ਤੋਂ ਵੱਧ ਘਣਤਾ ਵਾਲਾ, ਸਭ ਤੋਂ ਵੱਧ ਡੈਂਸਿਟੀ ਵਾਲਾ ਜਿਹੜਾ ਗ੍ਰਹਿ ਹੈਗਾ ਜੀ ਉਹ ਕਿਹੜਾ ਹੈ, ਉਹ ਹੈਗਾ ਜੀ ਮਰਕਰੀ। ਮਰਕਰੀ ਤੇ ਅਰਥ ਨੂੰ ਵੀ ਆਪਾਂ ਵਿੱਚ ਹੀ ਕਾਊਂਟ ਕਰ ਲੈਂਦੇ ਆ। ਐਂਡ ਜੇ ਆਪਾਂ ਗੱਲ ਕਰੀਏ ਕਿ ਸਭ ਤੋਂ ਘੱਟ ਡੈਂਸਿਟੀ ਵਾਲਾ ਗ੍ਰਹਿ ਕਿਹੜਾ ਆ, ਮਤਲਬ ਪਾਣੀ 'ਚ ਮੈਂ ਉਹਨੂੰ ਸਿੱਟਤਾ ਤੇ ਉਹਨੇ ਤੈਰਨਾ ਸ਼ੁਰੂ ਕਰ ਦੇਣਾ ਆ, ਉਹ ਹੈਗਾ ਜੀ ਆਪਣਾ ਸ਼ਨੀ ਗ੍ਰਹਿ, ਸੈਟਰਨ। ਐਂਡ ਦੋਸਤੋ ਆਪਾਂ ਜਿਹੜੇ ਗ੍ਰਹਿ ਦੀ ਗੱਲ ਕਰ ਰਹੇ ਹਾਂ, ਮਰਕਰੀ, ਵੀਨਸ, ਅਰਥ ਤੇ ਮਾਰਸ, ਇਹ ਜਿਹੜੇ 4 ਗ੍ਰਹਿ ਹੈਗੇ ਨੇ, ਇਹ ਜਿਹੜੇ 4 ਗ੍ਰਹਿ ਹੈਗੇ ਆ ਜੀ, ਇਹ ਕਾਹਦੇ ਨਾਲ ਬਣੇ ਹੋਏ ਆ? ਇਹ ਬਣੇ ਹੋਏ ਆ ਜੀ ਕੰਕਰੀਟ ਨਾਲ, ਮਿੱਟੀ ਨਾਲ, ਜਾਂ ਫਿਰ ਕਹਿ ਸਕਦੇ ਹਾਂ ਚੱਟਾਨਾਂ ਨਾਲ ਬਣੇ ਹੋਏ ਆਹ ਵਾਲੇ ਜਿਹੜੇ ਗ੍ਰਹਿ ਹੈਗੇ ਆ। ਕਿਹੜੇ ਕਿਹੜੇ ਗ੍ਰਹਿ ਜੀ? ਜਿਹੜੇ ਆਪਾਂ 4 ਹੁਣੇ ਮੈਂ ਤੁਹਾਨੂੰ ਵਿਖਾਏ ਸੀਗੇ, ਮਰਕਰੀ, ਵੀਨਸ, ਅਰਥ ਐਂਡ ਮਾਰਸ। ਜੇ ਆਪਾਂ ਗੱਲ ਕਰੀਏ ਜੂਪੀਟਰ, ਸੈਟਰਨ, ਯੂਰੇਨਸ ਐਂਡ ਨੈਪਚੂਨ ਦੀ, ਇਹ ਸਾਰੇ ਗ੍ਰਹਿ ਗੈਸਾਂ ਨਾਲ ਬਣੇ ਹੋਏ ਆ। ਮੰਨ ਲਓ ਤੁਸੀਂ ਜਾਣਾ ਆ ਜੂਪੀਟਰ ਗ੍ਰਹਿ ਤੇ, ਤੁਸੀਂ ਇੱਕ ਜਹਾਜ਼ ਲੈ ਜਾਂਦੇ ਹੋ, ਹਾਲਾਂਕਿ ਉੱਥੇ ਜਹਾਜ਼ ਤਾਂ ਤੁਸੀਂ ਲਿਜਾ ਨਹੀਂ ਸਕਦੇ, ਮਤਲਬ ਜੋ ਕੁਝ ਵੀ ਇੱਥੇ ਤੁਸੀਂ ਲੈ ਜਾਂਦੇ ਹੋ, ਮੰਨ ਲਓ ਕਿ ਤੁਸੀਂ ਲੈਂਡ ਕਰਨਾ ਆ ਜੂਪੀਟਰ ਤੇ ਤੁਸੀਂ ਲੈਂਡ ਕਰ ਹੀ ਨਹੀਂ ਸਕਦੇ। ਕਿਉਂ ਨਹੀਂ ਕਰ ਸਕਦੇ? ਕਿਉਂਕਿ ਇਹ ਜਿਹੜਾ ਪਲੈਨਟ ਹੈਗਾ ਆ ਗੈਸਾਂ ਨਾਲ ਬਣਿਆ ਹੋਇਆ। 4 ਪਲੈਨਟ ਗੈਸਾਂ ਨਾਲ ਬਣੇ ਹੋਏ ਆ। ਕਿਹੜੇ ਕਿਹੜੇ ਪਲੈਨਟ ਗੈਸਾਂ ਨਾਲ ਬਣੇ ਹੋਏ ਆ? ਜੂਪੀਟਰ, ਸੈਟਰਨ, ਯੂਰੇਨਸ ਐਂਡ ਨੈਪਚੂਨ। ਬ੍ਰਹਿਸਪਤੀ, ਸ਼ਨੀ, ਅਰੁਣ ਤੇ ਵਰੁਣ, ਇਹ ਜਿਹੜੇ 4 ਪਲੈਨਟਸ ਨੇ ਜੀ, ਇਹ ਬਣੇ ਹੋਏ ਆ ਕਾਹਦੇ ਨਾਲ? ਇਹ ਪਲੈਨਟਸ ਬਣੇ ਹੋਏ ਆ ਜੀ ਗੈਸਾਂ ਨਾਲ। ਠੀਕ ਹੈ ਜੀ, ਇਹ ਗੱਲ ਤੁਹਾਨੂੰ ਕਲੀਅਰ ਹੋ ਗਈ ਹੋਣੀ ਆ। ਹੁਣ ਆਪਾਂ ਗੱਲ ਕਰ ਲੈਂਦੇ ਆ ਕਿ ਆਪਣੇ ਜਿਹੜੇ 3 ਪਲੈਨਟਸ ਇਹੋ ਜਿਹੇ ਨੇ, ਆਪਣੇ ਕੋਲ 3 ਪਲੈਨਟਸ ਇਹੋ ਜਿਹੇ ਨੇ ਜਿਨ੍ਹਾਂ ਦੇ ਆਲੇ ਦੁਆਲੇ ਤੁਹਾਨੂੰ ਇੱਕ ਛੱਲੇ ਵੇਖਣ ਨੂੰ ਮਿਲਦੀ ਹੈ, ਰਿੰਗਸ ਬਣੀਆਂ ਹੋਈਆਂ ਨੇ। ਐਂਡ ਕੀ ਇਹ ਰਿੰਗਸ ਜਿਹੜੀਆਂ ਆਪਾਂ ਹੱਥ ਵਿੱਚ ਪਾਉਂਦੇ ਆ ਇਹੋ ਜਿਹੀਆਂ ਹੁੰਦੀਆਂ? ਬਿਲਕੁਲ ਨਹੀਂ। ਇਹ ਰਿੰਗਸ ਨਿੱਕੀਆਂ ਨਿੱਕੀਆਂ ਚੱਟਾਨਾਂ ਨਾਲ ਬਣੀਆਂ ਹੋਈਆਂ ਰਿੰਗਸ ਹੈਗੀਆਂ ਨੇ। ਐਂਡ ਇਹ ਕਿਹੜੇ ਪਲੈਨਟਸ ਹੈਗੇ ਆ ਜਿਨ੍ਹਾਂ ਵਿੱਚ ਤੁਹਾਨੂੰ ਇਹ ਰਿੰਗਸ ਵੇਖਣ ਨੂੰ ਮਿਲਦੀਆਂ ਨੇ? ਇਹ 3 ਪਲੈਨਟਸ ਹੈਗੇ ਆ। ਕਿਹੜੇ ਕਿਹੜੇ? ਜੂਪੀਟਰ, ਸੈਟਰਨ ਐਂਡ ਯੂਰੇਨਸ। ਜੂਪੀਟਰ, ਸੈਟਰਨ ਐਂਡ ਯੂਰੇਨਸ, ਇਹ 3 ਪਲੈਨਟਸ ਇਹੋ ਜਿਹੇ ਹੈਗੇ ਨੇ ਜਿੱਥੇ ਤੁਹਾਨੂੰ ਜਿਹੜੀਆਂ ਰਿੰਗਸ ਨੇ ਉਹ ਵੇਖਣ ਨੂੰ ਮਿਲਦੀਆਂ ਨੇ। ਐਂਡ ਤੁਸੀਂ ਇਹ ਸਾਰੇ ਹੀ ਪਲੈਨਟਸ ਨੂੰ ਯਾਦ ਵੀ ਕਰ ਲਿਆ ਹੋਊਗਾ ਕਿ ਆਪਣੇ ਕੋਲ ਜਿਹੜੇ ਪਲੈਨਟਸ ਵੇਖਣ ਨੂੰ ਮਿਲਦੇ ਹੈਗੇ ਆ, ਇਹਨਾਂ ਦੇ ਤੁਸੀਂ ਸੀਕੁਐਂਸ ਵਾਈਜ਼ ਤੁਸੀਂ ਜ਼ਰੂਰ ਯਾਦ ਕਰ ਲਿਓ। ਇਹਨੂੰ ਯਾਦ ਕਰ ਲਿਓ ਬਸ, MVEM ਜੇਸਨ, MVEM ਜੇਸਨ, MVEM ਜੇਸਨ। ਜੇ ਤੁਸੀਂ ਯਾਦ ਕਰ ਲਿਆ ਤੇ ਤੁਹਾਨੂੰ ਸਾਰੇ ਪਲੈਨਟ ਸੀਕੁਐਂਸ ਬਾਅਦ ਯਾਦ ਹੋ ਜਾਣਗੇ, ਜਿਵੇਂ ਕਿ ਪਹਿਲੇ ਤੇ ਮਰਕਰੀ, ਵੀਨਸ, ਅਰਥ, ਮਾਰਸ, ਜੂਪੀਟਰ, ਸੈਟਰਨ, ਯੂਰੇਨਸ ਐਂਡ ਨੈਪਚੂਨ। ਠੀਕ ਹੈ ਜੀ, ਸੋ ਇਹ ਗੱਲ ਤੁਸੀਂ ਯਾਦ ਕਰ ਲਿਓ। ਹੁਣ ਆਪਾਂ ਇੱਕ ਵਾਰ ਵੇਖ ਲੈਂਦੇ ਆ ਜੀ ਕਿ ਆਪਾਂ ਹੁਣ ਪਲੈਨਟਸ ਦੀ ਗੱਲ ਤਾਂ ਕਰ ਲਈ ਹੈ। ਪਲੈਨਟਸ ਦੇ ਵਿੱਚ ਵੀ ਜੇਕਰ ਆਪਾਂ ਗੱਲ ਕਰੀਏ, ਆਪਾਂ ਮਰਕਰੀ ਦੀ ਗੱਲ ਕੀਤੀ ਸੀਗੀ ਸਭ ਤੋਂ ਪਹਿਲਾਂ। ਮਰਕਰੀ ਦੇ ਵਿੱਚ ਵੀ ਆਪਾਂ ਬੁੱਧ ਦੀ ਜਦੋਂ ਗੱਲ ਕਰੀ ਸੀਗੀ, ਇਹਨੂੰ ਸਿਰਫ ਤੇ ਸਿਰਫ 88 ਦਿਨ ਲੱਗਦੇ ਆ, ਸਭ ਤੋਂ ਨੇੜੇ ਵਾਲਾ ਪਲੈਨਟ ਹੈਗਾ ਜੀ। ਐਂਡ ਇਸ ਤੋਂ ਬਾਅਦ ਆਪਾਂ ਗੱਲ ਕੀਤੀ ਸੀਗੀ ਕਿ ਜਿਹੜਾ ਵੀਨਸ ਹੈਗਾ ਆ, ਇਹਨੂੰ ਆਪਾਂ ਸ਼ੁੱਕਰ ਜਿਹਨੂੰ ਕਹਿ ਦਿੰਦੇ ਹੋ, ਇਹ ਟਵਿਨ ਪਲੈਨਟ ਹੈਗਾ ਆ ਆਪਣੀ ਧਰਤੀ ਦਾ। ਧਰਤੀ ਨੂੰ ਹੁਣ ਆਪਾਂ ਜੇ ਧਰਤੀ ਦੀ ਗੱਲ ਕਰੀਏ ਤੇ ਧਰਤੀ ਨੂੰ ਨੀਲਾ ਗ੍ਰਹਿ ਵੀ ਕਿਹਾ ਜਾਂਦਾ, ਕਿਉਂਕਿ ਸਭ ਤੋਂ ਵੱਧ ਜਿਹੜਾ ਪਾਣੀ ਹੈਗਾ ਆ ਆਪਣੀ ਧਰਤੀ ਤੇ ਪਾਇਆ ਜਾਂਦਾ। ਇੰਨਾ ਜ਼ਿਆਦਾ ਪਾਣੀ ਪਾਇਆ ਜਾਂਦਾ, ਫਿਰ ਵੀ ਆਪਾਂ ਕਹਿ ਦਿੰਦੇ ਆ ਕਿ ਪਾਣੀ ਬਚਾਓ, ਪਾਣੀ ਬਚਾਓ, ਕਿਉਂਕਿ ਉਹ ਜਿਹੜਾ ਸਾਰਾ ਪਾਣੀ ਹੈਗਾ ਆ ਪੀਣ ਯੋਗ ਨਹੀਂ ਹੈਗਾ। ਉਹ ਹੈਗਾ ਆ ਆਪਣੇ ਸਮੁੰਦਰਾਂ ਦਾ ਪਾਣੀ, ਜਿਹੜਾ ਕਿ ਖਾਰਾ ਪਾਣੀ ਹੁੰਦਾ ਆ। ਜੇਕਰ ਆਪਾਂ ਖਾਰਾ ਪਾਣੀ ਪੀਵਾਂਗੇ ਤੇ ਆਪਾਂ ਬਿਮਾਰ ਹੋ ਜਾਾਂਗੇ। ਸੋ ਜਿਹਦੇ ਕਰਕੇ ਕਿਹਾ ਜਾਂਦਾ ਕਿ ਪੀਣ ਯੋਗ ਜਿਹੜਾ ਸ਼ੁੱਧ ਪਾਣੀ ਹੈਗਾ ਆ ਉਹ ਬਹੁਤ ਹੀ ਘੱਟ ਮਾਤਰਾ ਵਿੱਚ ਹੈ, ਜਿਹਦੇ ਕਰਕੇ ਆਪਾਂ ਨੂੰ ਪਾਣੀ ਬਚਾਉਣ ਦੀ ਲੋੜ ਹੈ। ਬਟ ਆਪਣੀ ਧਰਤੀ ਤੇ ਇੰਨਾ ਜ਼ਿਆਦਾ ਪਾਣੀ ਹੈਗਾ ਆ ਕਿ ਇਹਨੂੰ ਆਪਾਂ ਨੀਲਾ ਗ੍ਰਹਿ ਵੀ ਕਹਿ ਦਿੰਦੇ ਆ, ਬਲੂ ਪਲੈਨਟ ਵੀ ਕਹਿ ਦਿੰਦੇ ਆ। ਇਹ ਤੀਸਰੇ ਨੰਬਰ ਤੇ ਤੁਹਾਨੂੰ ਸੂਰਜ ਦੇ ਜੇਕਰ ਆਪਾਂ ਮਾਮਲੇ ਦੀ ਗੱਲ ਕਰੀਏ ਤੇ ਸੂਰਜ ਦੇ ਵਿੱਚ ਤੁਹਾਨੂੰ ਤੀਸਰੇ ਨੰਬਰ ਤੇ ਗ੍ਰਹਿ ਮਿਲਦਾ ਆ। ਤੇ 5ਵੇਂ ਨੰਬਰ ਤੇ ਸਭ ਤੋਂ ਵੱਡਾ ਗ੍ਰਹਿ ਇਹਨੂੰ ਆਪਾਂ ਕਹਿ ਦਿੰਦੇ ਆ। ਸਭ ਤੋਂ ਵੱਡਾ ਗ੍ਰਹਿ ਵੈਸੇ ਕਿਹੜਾ ਆ ਜੀ? ਬ੍ਰਹਿਸਪਤੀ ਸਭ ਤੋਂ ਵੱਡਾ ਗ੍ਰਹਿ ਹੈਗਾ ਆ। ਹੁਣ ਜੇਕਰ ਆਪਾਂ ਗੱਲ ਕਰੀਏ ਕਿ ਇਹਦੀ ਸ਼ੇਪ ਕਿਹੋ ਜਿਹੀ ਆ, ਆਪਣੇ ਧਰਤੀ ਦੀ ਜਿਹੜੀ ਸ਼ੇਪ ਹੈਗੀ ਆ ਉਹ ਹੈਗੀ ਜਿਓਇਡ ਸ਼ੇਪ। ਜਿਓਇਡ ਸ਼ੇਪ ਦਾ ਕੀ ਮਤਲਬ ਹੈਗਾ ਜੀ? ਜਿਓਇਡ ਸ਼ੇਪ ਦਾ ਮਤਲਬ ਹੈਗਾ ਕਿ ਆਪਣੀ ਜਿਹੜੀ ਧਰਤੀ ਹੈਗੀ ਆ, ਆਪਣੀ ਧਰਤੀ ਕੁਝ ਇਸ ਤਰ੍ਹਾਂ ਦੀ ਹੈਗੀ ਆ। ਮੈਂ ਇੱਕ ਵਾਰ ਫੋਟੋ ਟਾਈਪ ਬਣਾਉਣ ਦੀ ਕੋਸ਼ਿਸ਼ ਕਰਦਾ, ਆ ਵਿਖ ਰਹੀ ਆ ਤੁਹਾਨੂੰ? ਤੁਹਾਡੇ ਸਾਹਮਣੇ ਮੈਂ ਇੱਕ ਡਾਇਗਰਾਮ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਇੱਥੋਂ ਜਿਹੜੇ ਪੋਲਸ ਹੈਗੇ ਆ ਨਾ, ਜਿਹੜੇ ਧਰੁਵ ਹੈਗੇ ਆ, ਇੱਥੋਂ ਚਪਟੀ ਹੈਗੀ ਆ। ਠੀਕ ਹੈ ਜੀ, ਇੱਥੋਂ ਕੀ ਹੈਗੀ ਆ ਜੀ? ਇੱਥੋਂ ਚਪਟੀ ਹੈਗੀ ਆ, ਜਿਹਦੇ ਕਰਕੇ ਇਹਦੀ ਜਿਹੜੀ ਸ਼ੇਪ ਹੈਗੀ ਆ ਉਹ ਜਿਓਇਡ ਸ਼ੇਪ ਹੈ, ਧਰਤਗੋਲਾ ਜਿਹਨੂੰ ਤੁਸੀਂ ਪੰਜਾਬੀ ਵਿੱਚ ਕਹਿੰਦੇ ਹੋ। ਇੱਥੋਂ ਚਪਟੀ ਜੀ ਸ਼ੇਪ ਹੈਗੀ ਆ। ਚਪਟੀ ਸ਼ੇਪ ਹੋਣ ਕਰਕੇ ਆਪਾਂ ਇਹਨੂੰ ਜਿਓਇਡ ਕਹਿ ਦਿੰਦੇ ਆ। ਆਪਾਂ ਜੇਕਰ ਮੂਨ ਦੀ ਗੱਲ ਕਰੀਏ, ਕਿਹਦੀ ਗੱਲ ਕਰੀਏ? ਜੇਕਰ ਆਪਾਂ ਮੂਨ ਦੀ ਗੱਲ ਕਰੀਏ, ਮੂਨ ਇੱਕ ਸੈਟੇਲਾਈਟ ਹੈਗਾ ਆ ਆਪਣੀ ਧਰਤੀ ਦੀ, ਜਾਂ ਫਿਰ ਕਹਿ ਸਕਦੇ ਹਾਂ ਕਿ ਜਿਹੜਾ ਚੰਦਰਮਾ ਹੈ, ਚੰਨ ਹੈ, ਇਹ ਆਪਣੇ ਧਰਤੀ ਦਾ ਸਾਥੀ ਹੈ। ਜੇਕਰ ਦੂਰੀ ਦੀ ਗੱਲ ਕਰੀਏ ਧਰਤੀ ਤੋਂ, ਆਪਾਂ ਧਰਤੀ ਤੋਂ ਜੇ ਗੱਲ ਕਰੀਏ ਕਿ ਇਹਦੀ ਧਰਤੀ ਤੋਂ ਦੂਰੀ ਕਿੰਨੀ ਹੈਗੀ ਆ? 3,84,400 ਕਿਲੋਮੀਟਰ। 3,84,400 ਕਿਲੋਮੀਟਰ ਇਹਦੀ ਦੂਰੀ ਹੈਗੀ ਆ। ਕਿਹਦੇ ਤੋਂ? ਆਪਣੀ ਧਰਤੀ ਤੋਂ। ਕਿਹਦੀ? ਚੰਦਰਮਾ ਦੀ। ਤੇ ਇਹਨੂੰ
ਆਪਣੀ ਧਰਤੀ ਦੇ ਆਲੇ ਦੁਆਲੇ ਗੇੜੇ ਕੱਢਣ 'ਚ ਕਿੰਨਾ ਸਮਾਂ ਲੱਗਦਾ ਆ? 27 ਦਿਨ ਦਾ ਸਮਾਂ ਲੱਗਦਾ ਆ। ਕਿੰਨਾ ਸਮਾਂ ਲੱਗਦਾ? ਲਗਭਗ ਇਹਨੂੰ 27 ਦਿਨ ਲੱਗਦੇ ਹੈਗੇ ਆ। ਕੀ ਕਰਨ ਦੇ ਵਿੱਚ? ਗੇੜੇ ਕੱਢਣ ਦੇ ਵਿੱਚ। ਕਿਹਦੇ ਆਲੇ ਦੁਆਲੇ ਗੇੜੇ ਕੱਢਣ ਦੇ ਵਿੱਚ? ਆਪਣੀ ਧਰਤੀ ਦੇ ਆਲੇ ਦੁਆਲੇ ਗੇੜੇ ਕੱਢਣ ਦੇ ਵਿੱਚ ਇਸ ਦੂਜੇ ਨੂੰ ਚੰਦਰਮਾ ਨੂੰ 27 ਦਿਨ ਲੱਗ ਜਾਂਦੇ ਆ। ਤੇ ਚੰਦਰਮਾ 'ਤੇ ਸਭ ਤੋਂ ਪਹਿਲਾਂ ਜਾਣ ਵਾਲਾ ਜਿਹੜਾ ਵਿਅਕਤੀ ਸੀ ਉਹਦਾ ਕੀ ਨਾਮ ਸੀਗਾ? ਉਹਦਾ ਨਾਮ ਸੀਗਾ ਜੀ ਨੀਲ ਆਰਮਸਟਰੋਂਗ। ਉਹਦਾ ਨਾਮ ਸੀਗਾ ਜੀ ਨੀਲ ਆਰਮਸਟਰੋਂਗ ਨਾਮ ਦਾ ਜਿਹੜਾ ਵਿਅਕਤੀ ਸੀ ਉਸ ਨੇ ਚੰਦਰਮਾ 'ਤੇ ਸਤਹ 'ਤੇ ਸਭ ਤੋਂ ਪਹਿਲਾਂ ਜਿਹੜਾ ਪੈਰ ਹੈਗਾ ਜੀ ਉਹ ਰੱਖਿਆ ਸੀਗਾ। ਕਦੋਂ ਰੱਖਿਆ ਸੀਗਾ? 21 ਜੁਲਾਈ 1969 ਦੇ ਵਿੱਚ। 21 ਜੁਲਾਈ 1969 ਦੇ ਵਿੱਚ ਸਭ ਤੋਂ ਪਹਿਲਾਂ ਉਹਨੇ ਚੰਦਰਮਾ ਦੇ ਉੱਤੇ ਪੈਰ ਰੱਖਿਆ ਸੀਗਾ। ਹੁਣ ਜੇ ਆਪਾਂ ਗੱਲ ਕਰੀਏ ਸੈਟੇਲਾਈਟਸ ਦੀ, ਐਂਡ ਦੋਸਤੋ ਇੱਕ ਜਿਹੜੀ ਜ਼ਰੂਰੀ ਗੱਲ ਹੈਗੀ ਆ ਮੂਨ ਦੇ ਬਾਰੇ, ਚੰਦਰਮਾ ਬਾਰੇ, ਉਹ ਆਪਾਂ ਪਹਿਲਾਂ ਡਿਸਕਸ ਕਰ ਲੈਂਦੇ ਆ ਕਿ ਤੁਸੀਂ ਅਕਸਰ ਵੇਖਦੇ ਹੋ ਕਿ ਜਿਹੜਾ ਚੰਦਰਮਾ ਹੈ ਇਹਦੇ ਤੇ ਤੁਸੀਂ ਕਦੇ ਤੁਹਾਨੂੰ ਪੂਰਾ ਚੰਦਰਮਾ ਵੇਖਣ ਨੂੰ ਮਿਲਦਾ ਹੈ, ਕਦੇ ਕਦਾਏ ਤੁਹਾਨੂੰ ਹਾਫ ਚੰਦਰਮਾ ਵੇਖਣ ਨੂੰ ਮਿਲਦਾ ਹੈ। ਇਹਦੇ ਪਿੱਛੇ ਰੀਜ਼ਨ ਕੀ ਹੈ? ਸਭ ਤੋਂ ਪਹਿਲਾਂ ਵੇਖ ਲਓ ਕਿ ਚੰਦਰਮਾ ਕੁਝ ਇਸ ਤਰ੍ਹਾਂ ਦਾ ਵਿਖਦਾ ਆ। ਤੁਹਾਡੇ ਸਾਹਮਣੇ ਇੱਕ ਫੋਟੋ ਬਣੀ ਹੋਈ ਆ। ਚੰਦਰਮਾ ਕੁਝ ਇਸ ਤਰ੍ਹਾਂ ਦਾ ਵੇਖਣ ਨੂੰ ਮਿਲਦਾ ਹੈ। ਇੱਥੇ ਵੀ ਤੁਹਾਨੂੰ ਨਿੱਕੇ ਨਿੱਕੇ ਪਰਬਤ ਵੇਖਣ ਨੂੰ ਮਿਲਦੇ ਹੈਗੇ ਆ ਜੀ, ਪਲੇਨਸ ਹੈਗੇ ਆ। ਸੋ ਇਹਨਾਂ ਦੀ ਜਿਹੜੀ ਆਕ੍ਰਿਤੀ ਹੈਗੀ ਆ ਉਹ ਤੁਹਾਨੂੰ ਵੱਖਰੀ ਵੱਖਰੀ ਵੇਖਣ ਨੂੰ ਮਿਲਦੀ ਹੈਗੀ ਆ। ਹੁਣ ਆਪਾਂ ਗੱਲ ਕਰ ਲੈਂਦੇ ਆ ਜੀ ਚੰਦਰਮਾ ਦੀ। ਤੁਹਾਡੇ ਸਾਹਮਣੇ ਇੱਕ ਡਾਇਗਰਾਮ ਓਪਨ ਹੋਈ ਆ ਜਿੱਥੇ ਤੁਸੀਂ ਵੇਖ ਰਹੇ ਹੋ ਧਰਤੀ ਨੂੰ, ਐਂਡ ਧਰਤੀ ਦੇ ਨਾਲ ਤੁਸੀਂ ਵੇਖ ਪਾ ਰਹੇ ਹੈਗੇ ਹੋ ਚੰਦਰਮਾ ਨੂੰ, ਤੇ ਨਾਲ ਸੂਰਜ ਵੀ ਤੁਹਾਨੂੰ ਵੇਖਣ ਨੂੰ ਮਿਲ ਰਿਹਾ ਹੋਊਗਾ। ਸੂਰਜ ਦੀ ਵੇਖੋ, ਮੈਂ ਤੁਹਾਨੂੰ ਹੁਣੇ ਦੱਸਿਆ ਸੀਗਾ ਕਿ ਚੰਦਰਮਾ ਦੀ ਆਪ ਦੀ ਰੋਸ਼ਨੀ ਨਹੀਂ ਹੁੰਦੀ। ਹੁਣ ਮੰਨ ਲਓ ਕਿ ਆਹ ਕੀ ਹੈ ਜੀ? ਆਹ ਚੰਦਰਮਾ ਆ। ਹੁਣ ਜਦੋਂ ਚੰਦਰਮਾ 'ਤੇ ਇੱਥੇ ਰੋਸ਼ਨੀ ਪੈ ਰਹੀ ਹੋਊਗੀ, ਕਿਉਂਕਿ ਜਿਹੜਾ ਚੰਦਰਮਾ ਹੈਗਾ ਆ ਜਾਂ ਫਿਰ ਚੰਨ ਹੈ ਜਿਹੜਾ ਆਪਣਾ, ਜਦੋਂ ਉਹਦੀ ਰੋਸ਼ਨੀ, ਸੂਰਜ ਦੀ ਰੋਸ਼ਨੀ ਉਹਦੇ 'ਤੇ ਪੈਣੀ ਆ ਤੇ ਇੱਕ ਟਾਈਮ ਦੇ ਵਿੱਚ ਸਿਰਫ ਹਾਫ ਭਾਗ 'ਤੇ ਪਊਗੀ ਨਾ। ਮੰਨ ਲਓ ਆਹ ਹਾਫ ਭਾਗ ਤੁਹਾਨੂੰ ਵਿਖ ਰਿਹਾ, ਇੱਕ ਟਾਈਮ 'ਤੇ ਇੰਨਾ ਭਾਗ 'ਤੇ ਹੀ ਤੁਹਾਨੂੰ ਚੰਦਰਮਾ 'ਤੇ ਜਿਹੜੀ ਰੋਸ਼ਨੀ ਹੈਗੀ ਆ ਸੂਰਜ ਦੀ ਉਹ ਪੈਣੀ ਆ। ਸੋ ਜਿਹਦੇ ਨਾਲ ਆਪਾਂ ਨੂੰ ਧਰਤੀ 'ਤੇ ਬੈਠਿਆਂ ਨੂੰ ਚੰਦਰਮਾ ਦਾ ਸਿਰਫ ਹਾਫ ਪਾਰਟ ਹੀ ਵਿਖੂਗਾ। ਹਾਫ ਪਾਰਟ ਵੇਖਣ ਨਾਲ ਆਪਾਂ ਨੂੰ ਹੋ ਸਕਦਾ ਵੇਰੀਏਸ਼ਨ ਵੇਖਣ ਨੂੰ ਮਿਲੇ, ਕਿਉਂਕਿ ਜਿਹੜਾ ਚੰਦਰਮਾ ਹੈਗਾ ਆ ਇਹ ਵੀ ਤਾਂ ਗੇੜੇ ਕੱਢ ਰਿਹਾ ਨਾ ਆਪਣੀ ਧਰਤੀ ਦੇ ਆਲੇ ਦੁਆਲੇ। ਜਦੋਂ ਇਹ ਚੰਦਰਮਾ ਆਪਣੀ ਧਰਤੀ ਦੇ ਆਲੇ ਦੁਆਲੇ ਗੇੜੇ ਕੱਢੂਗਾ, ਮੰਨ ਲਓ ਜਿਵੇਂ ਕਿ ਜਿਹੜਾ ਚੰਦਰਮੇ ਦੀ ਪੋਜੀਸ਼ਨ ਇੱਥੇ ਹੈਗੀ ਆ, ਜਦੋਂ ਚੰਦਰਮੇ ਦੀ ਪੋਜੀਸ਼ਨ ਇੱਥੇ ਹੈ ਤੇ ਆਪਾਂ ਬੈਠੇ ਹਾਂ ਧਰਤੀ ਤੇ। ਹੁਣ ਜਦੋਂ ਸੂਰਜ ਦੀਆਂ ਕਿਰਨਾਂ ਸਿੱਧੀ ਚੰਦਰਮੇ ਤੇ ਪੈਣਗੀਆਂ ਤੇ ਆਪਾਂ ਕਵਾਂਗੇ ਕਿ ਯਾਰ ਆਪਾਂ ਨੂੰ ਅੱਜ ਪੂਰਾ ਚੰਦਰਮਾ ਵਿਖ ਰਿਹਾ, ਚੰਨ ਪੂਰਾ ਵਿਖ ਰਿਹਾ। ਬਟ ਜਦੋਂ ਇਹ ਜਿਹੜਾ ਚੰਨ ਹੈਗਾ ਆ ਇੱਥੇ ਹੋਊਗਾ, ਮੂਨ ਜਿਹੜਾ ਹੈ ਇੱਥੇ ਇਹਦੀ ਪੋਜੀਸ਼ਨ ਹੋਊਗੀ, ਫਿਰ ਜਿਹੜੀ ਸੂਰਜ ਦੀਆਂ ਕਿਰਨਾਂ ਹੋਣਗੀਆਂ ਆਹ ਵਾਲੇ ਹਿੱਸੇ ਤੇ ਤਾਂ ਪੈਣਗੀਆਂ, ਬਟ ਕੀ ਇੱਧਰਲੇ ਪਾਸੇ ਤੋਂ ਵੇਖਣ ਤੋਂ ਤੁਹਾਨੂੰ ਆਹ ਜਿਹੜਾ ਹਿੱਸਾ ਹੈਗਾ ਜਾਂ ਵਿਖੂਗਾ ਜਿੱਥੇ ਰੋਸ਼ਨੀ ਪੈ ਰਹੀ ਆ? ਬਿਲਕੁਲ ਨਹੀਂ। ਸੋ ਮਤਲਬ ਇਹ ਕਿ ਆਪਾਂ ਨੂੰ ਜਿਹੜਾ ਚੰਨ ਹੈਗਾ ਆ ਇਹਦੀ ਖੁਦ ਦੀ ਰੋਸ਼ਨੀ ਨਹੀਂ ਹੁੰਦੀ, ਇਹ ਸਾਨੂੰ ਵਿਖਾਉਂਦਾ ਆ ਕਿਹਦੀ ਰੋਸ਼ਨੀ? ਇਹ ਵਿਖਾਉਂਦਾ ਆ ਸਾਨੂੰ ਸੂਰਜ ਦੀ ਰੋਸ਼ਨੀ। ਉਮੀਦ ਮੈਂ ਇਹੀ ਕਰੂੰਗਾ ਕਿ ਤੁਸੀਂ ਇਸ ਗੱਲ ਨੂੰ ਸਮਝ ਗਏ ਹੋਣੇ ਆ। ਐਂਡ ਇਹ ਗੱਲ ਜਿਹੜੀ ਹੈਗੀ ਆ ਚੰਦਰਮਾ ਬਾਰੇ ਇਹ ਕਾਫੀ ਇੰਪੋਰਟੈਂਟ ਸੀਗੀ। ਮੂਨ ਬਾਰੇ ਤੁਸੀਂ ਗੱਲ ਸਮਝ ਗਏ ਹੋਣੇ ਆ। ਹੁਣ ਆਪਾਂ ਗੱਲ ਕਰਦੇ ਹਾਂ ਜੀ ਨੈਕਸਟ ਦੀ ਕਿ ਨੀਲ ਆਰਮਸਟਰੋਂਗ ਜਿਹੜਾ ਸੀਗਾ ਜੀ ਉਹ ਪਹਿਲਾ ਵਿਅਕਤੀ ਸੀ ਜਿਹਨੇ ਕੀ ਕੀਤਾ ਸੀਗਾ? ਚੰਦਰਮਾ 'ਤੇ ਉਹਨੇ ਚੜ੍ਹਾਈ ਕੀਤੀ ਸੀਗੀ। ਕਿਹਨੇ ਚੜ੍ਹਾਈ ਕੀਤੀ ਸੀਗੀ ਜੀ? ਨੀਲ ਆਰਮਸਟਰੋਂਗ ਨੇ। ਕਦੋਂ ਕੀਤੀ ਸੀਗੀ? 21 ਜੁਲਾਈ 1969 ਦੇ ਵਿੱਚ। ਹੁਣੇ ਆਪਾਂ ਗੱਲ ਕੀਤੀ ਸੀਗੀ ਸੈਟੇਲਾਈਟਸ ਦੀ, ਉਪਗ੍ਰਹਿ ਦੀ। ਜਿਵੇਂ ਕਿ ਜਿਹੜਾ ਚੰਨ ਹੈਗਾ ਆ, ਆਪਣੇ ਧਰਤੀ ਦਾ ਜਿਹੜਾ ਚੰਨ ਹੈਗਾ ਆ ਉਹ ਇੱਕੋ ਹੀ ਆ। ਹੋਰ ਵੀ ਕੁਝ ਗ੍ਰਹਿ ਨੇ ਜੀ, ਉਹਨਾਂ ਦੇ ਵੀ ਕੁਝ ਤੁਹਾਨੂੰ ਵੇਖਣ ਨੂੰ ਮਿਲਦੇ ਹੈਗੇ ਆ ਉਪਗ੍ਰਹਿ। ਸੋ ਇਸੇ ਤਰ੍ਹਾਂ ਹੀ ਜੇਕਰ ਆਪਾਂ ਗੱਲ ਕਰਦੇ ਹਾਂ, ਜਿਹੜਾ ਚੰਨ ਹੈਗਾ ਆ ਇਹ ਆਪਣੇ ਧਰਤੀ ਦਾ ਜਿਹੜਾ ਸਾਥੀ ਕਹਿ ਲਓ ਤੁਸੀਂ, ਜੋ ਵੀ ਤੁਹਾਡਾ ਦਿਲ ਕਰੇ। ਪਰ ਇਹ ਤਾਂ ਜਿਹੜਾ ਸੀਗਾ ਉਪਗ੍ਰਹਿ ਇਹ ਕੁਦਰਤੀ ਉਪਗ੍ਰਹਿ ਹੈਗਾ ਸੀ। ਐਂਡ ਕੁਝ ਇਹੋ ਜਿਹੇ ਗ੍ਰਹਿ ਹੁੰਦੇ ਨੇ ਜਿਹੜੇ ਕਿ ਮਨੁੱਖਾਂ ਦੁਆਰਾ ਬਣਾਏ ਗਏ ਉਪਗ੍ਰਹਿ ਹੈਗੇ ਨੇ। ਮਨੁੱਖਾਂ ਨੇ ਵੀ ਉਪਗ੍ਰਹਿ ਬਣਾਏ ਹੋਏ ਨੇ, ਜਿਵੇਂ ਕਿ ਹਿਊਮਨ ਮੇਡ ਸੈਟੇਲਾਈਟਸ। ਹਿਊਮਨ ਮੇਡ ਸੈਟੇਲਾਈਟਸ ਜਿਹੜੇ ਹੈਗੇ ਨੇ ਉਹ ਤੁਹਾਨੂੰ ਵੇਖਣ ਨੂੰ ਮਿਲਦੇ ਆ। ਜਿਵੇਂ ਕਿ ਤੁਸੀਂ ਵੇਖਿਆ ਹੋਣਾ, ਕਈ ਵਾਰ ਆਪਾਂ ਨਾ ਜਦੋਂ ਵੀ ਕੋਈ ਚੀਜ਼ ਪੜ੍ਹਦੇ ਹੁੰਦੇ ਆ, ਕਈ ਚੀਜ਼ਾਂ ਦਾ ਜਿਹੜਾ ਪ੍ਰਸਾਰਣ ਹੈਗਾ ਆ ਸਿੱਧਾ ਸੈਟੇਲਾਈਟਸ ਤੋਂ ਵੀ ਹੁੰਦਾ ਆ। ਐਂਡ ਇਹ ਜਿਹੜੀਆਂ ਸੈਟੇਲਾਈਟਸ ਨੇ ਇਹ ਅੱਜ ਕੱਲ੍ਹ ਦੂਜੇ ਦੇਸ਼ਾਂ 'ਤੇ ਨਿਗਰਾਨੀ ਰੱਖਣ ਦੇ ਵੀ ਕੰਮ ਆਉਂਦੀਆਂ ਨੇ। ਜਿਹੜੀਆਂ ਆਪਾਂ ਨੂੰ ਵੈਦਰ ਰਿਪੋਰਟਸ ਤੁਸੀਂ ਵੇਖਦੇ ਹੋ ਨਾ, ਇਹ ਵੈਦਰ ਰਿਪੋਰਟਸ ਕਿ ਹਾਂ ਵੀ ਕਿੱਥੇ ਮੀਂਹ ਪੈਣ ਵਾਲਾ ਆ ਜਾਂ ਫਿਰ ਕਿੱਥੇ, ਜਿਵੇਂ ਕਿ ਅੱਜ ਕੱਲ੍ਹ ਕਾਫੀ ਜ਼ਿਆਦਾ ਮੀਂਹ ਪੈ ਰਿਹਾ ਪੰਜਾਬ ਦੇ ਵਿੱਚ। ਸੋ ਇਹ ਸਾਰੀਆਂ ਰਿਪੋਰਟਾਂ ਆਉਂਦੀਆਂ ਕਿੱਥੋਂ ਨੇ? ਇਹ ਸਾਰੀਆਂ ਰਿਪੋਰਟਾਂ ਆਪਣੇ ਕਹਿ ਸਕਦੇ ਹਾਂ ਕਿ ਸੈਟੇਲਾਈਟਸ ਤੋਂ ਹੀ ਤਾਂ ਆਉਂਦੀਆਂ ਨੇ। ਸੋ ਜਿਵੇਂ ਕਿ ਇਨਸੈਟ ਨਾਮ ਦਾ ਸੈਟੇਲਾਈਟ ਹੈਗਾ ਆ, IRS ਨਾਮ ਦਾ ਵੀ ਇੱਕ ਸੈਟੇਲਾਈਟ ਹੈਗਾ ਆ। ਐਜੂਸੈਟ ਜਿਹੜਾ ਕਿ ਅੱਜ ਕੱਲ੍ਹ ਆਪਾਂ ਕਾਫੀ ਜ਼ਿਆਦਾ ਇਹਦੀ ਵਰਤੋਂ ਵੀ ਕਰ ਰਹੇ ਹਾਂ। ਐਜੂਸੈਟ ਨਾਮ ਦਾ ਵੀ ਜਿਹੜਾ ਸੈਟੇਲਾਈਟ ਹੈਗਾ ਜੀ ਇਹ ਤੁਹਾਨੂੰ ਵੇਖਣ ਨੂੰ ਮਿਲਦਾ ਹੈ। ਐਂਡ ਇਹ ਸੈਟੇਲਾਈਟਸ ਵਿਖਦੇ ਕਿਹੋ ਜਿਹੇ ਨੇ ਇਹਦੀ ਵੀ ਮੈਂ ਇੱਕ ਵਾਰ ਤੁਹਾਨੂੰ ਫੋਟੋ ਵਿਖਾ ਦਿੰਦਾ। ਐਂਡ ਇਹ ਜਿਹੜੀਆਂ ਫੋਟੋ ਨੇ ਜੀ, ਮੈਂ ਇਹ
ਸਾਇੰਸ ਦੀ ਕਿਤਾਬ ਵਿੱਚ ਤੁਹਾਨੂੰ ਵਿਖਾ ਰਿਹਾ ਕਿ ਤੁਹਾਨੂੰ ਕੋਈ ਸਮੱਸਿਆ ਨਾ ਆਵੇ ਇਸ ਚੈਪਟਰ ਨੂੰ ਸਮਝਣ ਦੇ ਵਿੱਚ। ਸੋ ਵੇਖੋ ਆ ਜਿਹੜੇ ਸੈਟੇਲਾਈਟਸ ਨੇ ਇਹ ਕੁਝ ਇਸ ਤਰ੍ਹਾਂ ਦੇ ਵਿਖਦੇ ਹੈਗੇ ਆ, ਠੀਕ ਆ ਜੀ। ਇਹ ਜਿਹੜੇ ਤੁਹਾਡੇ ਸਾਹਮਣੇ ਸੈਟੇਲਾਈਟਸ ਤੁਹਾਨੂੰ ਵੇਖਣ ਨੂੰ ਮਿਲ ਰਹੇ ਆ, ਕੁਝ ਇਸ ਤਰ੍ਹਾਂ ਦੇ ਸੈਟੇਲਾਈਟਸ ਤੁਹਾਨੂੰ ਵੇਖਣ ਨੂੰ ਮਿਲਦੇ ਨੇ। ਐਂਡ ਇਹਨਾਂ ਸੈਟੇਲਾਈਟਸ ਦੀ ਵਰਤੋਂ ਆਪਾਂ ਕਮਿਊਨੀਕੇਸ਼ਨ ਲਈ, ਦੂਜੇ ਦੇਸ਼ਾਂ 'ਤੇ ਨਿਗਰਾਨੀ ਰੱਖਣ ਲਈ ਜਾਂ ਫਿਰ ਆਪ ਦੀ ਸਿਕਿਉਰਿਟੀ ਪਰਪਸ ਲਈ, ਜਾਣਕਾਰੀ ਹਾਸਲ ਕਰਨ ਲਈ ਆਪਾਂ ਇਹਨਾਂ ਸੈਟੇਲਾਈਟਸ ਦੀ ਵਰਤੋਂ ਕੀ ਕਰਦੇ ਹਾਂ ਜੀ, ਆਪਾਂ ਵਰਤੋਂ ਕਰਦੇ ਹਾਂ। ਸੋ ਇਹ ਗੱਲ ਤੁਹਾਨੂੰ ਸਮਝ ਲੱਗ ਗਈ ਹੋਣੀ ਆ ਸੈਟੇਲਾਈਟਸ ਬਾਰੇ। ਐਂਡ ਇਹ ਜਿਹੜੇ ਸੈਟੇਲਾਈਟਸ ਨੇ ਜੀ ਇਹ ਮਨੁੱਖਾਂ ਦੁਆਰਾ ਬਣਾਏ ਗਏ ਨੇ। ਹੁਣ ਆਪਾਂ ਗੱਲ ਕਰਦੇ ਹਾਂ ਜੀ ਛੋਟੇ ਗ੍ਰਹਿ ਦੀ, ਐਸਟਰੋਇਡਸ ਦੀ ਗੱਲ ਕਰਦੇ ਹਾਂ। ਐਂਡ ਐਸਟਰੋਇਡ ਦੀ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਇੱਕ ਪੱਟੀ ਜਿਹੀ ਵਿਖਾਈ ਸੀ ਨਾ ਕਿ ਜਿਹੜੇ ਕਿ ਮਾਰਸ ਤੇ ਜੂਪੀਟਰ ਗ੍ਰਹਿ ਦੇ ਵਿਚਕਾਰ ਤੁਹਾਨੂੰ ਜਿਹੜੀ ਇੱਕ ਪੱਟੀ ਵੇਖਣ ਨੂੰ ਮਿਲਦੀ ਆ ਚਿੱਟੀ ਤੇ ਕਾਲੀ ਰੰਗ ਦੀ, ਉਹਨੂੰ ਆਪਾਂ ਐਸਟਰੋਇਡਸ ਕਹਿੰਦੇ ਆ। ਵੈਸੇ ਇਹ ਛੋਟੇ ਗ੍ਰਹਿ ਜਿਹੜੇ ਹੈਗੇ ਨੇ ਇਹ ਨਿੱਕੀਆਂ ਨਿੱਕੀਆਂ ਕਹਿ ਸਕਦੇ ਆ ਕਿ ਰੌਕਸ ਹੁੰਦੀਆਂ ਨੇ, ਨਿੱਕੀਆਂ ਨਿੱਕੀਆਂ ਚੱਟਾਨਾਂ ਕਹਿ ਲਓ ਇਹਨਾਂ ਨੂੰ, ਜਿਹੜੀਆਂ ਕਿ ਸੂਰਜ ਦੇ ਆਲੇ ਦੁਆਲੇ ਚੱਕਰ ਲਗਾਉਂਦੀਆਂ ਨੇ। ਇਹ ਜਿਹੜੀ ਐਸਟਰੋਇਡਸ ਹੁੰਦੀਆਂ ਨੇ ਇਹ ਸੂਰਜ ਦੇ ਆਲੇ ਦੁਆਲੇ ਚੱਕਰ ਲਗਾਉਂਦੇ ਆ। ਟਾਈਨੀ ਬੋਡੀਜ਼ ਮੂਵ ਅਰਾਊਂਡ ਦ ਸਨ, ਕਿ ਛੋਟੇ ਗ੍ਰਹਿ ਹੁੰਦੇ ਹੈਗੇ ਆ। ਐਂਡ ਇਹ ਕਿੱਥੇ ਪਾਏ ਜਾਂਦੇ ਆ, ਮਾਰਸ ਤੇ ਜੁਪੀਟਰ ਗ੍ਰਹਿ ਦੇ ਵਿਚਕਾਰ ਜਿਹੜੇ ਐਸਟਰੋਇਡਸ ਨੇ ਜੀ ਇਹ ਪਾਏ ਜਾਂਦੇ ਆ। ਸੋ ਐਸਟਰੋਇਡ ਬਾਰੇ ਵੀ ਤੁਸੀਂ ਸਮਝ ਗਏ ਹੋਣੇ ਆ। ਹੁਣ ਆਪਾਂ ਜੇ ਗੱਲ ਕਰੀਏ ਮੀਟਰੋਇਡਸ ਦੀ ਕਿ ਉਲਕਾ ਪਿੰਡ, ਉਲਕਾ ਪਿੰਡ ਕੀ ਹੁੰਦੇ ਨੇ ਜੀ। ਉਲਕਾ ਪਿੰਡ ਜੇ ਆਪਾਂ ਗੱਲ ਕਰੀਏ ਕਿ ਕੁਝ ਹੋਰ ਨਿੱਕੀਆਂ ਜਿਹੜੀਆਂ ਚੱਟਾਨਾਂ ਜਾਂ ਫਿਰ ਨਿੱਕੇ ਨਿੱਕੇ ਜਿਹੜੇ ਪੱਥਰ ਹੁੰਦੇ ਆ ਆਪਣੇ ਅੰਤਰਿਕਸ਼ ਦੇ ਵਿੱਚ ਉੱਡਦੇ ਰਹਿੰਦੇ ਆ। ਸੋ ਜਦੋਂ ਉਹ ਆਪਣੀ ਧਰਤੀ ਵਿੱਚ ਐਂਟਰ ਕਰ ਜਾਣ, ਠੀਕ ਹੈ ਜੀ, ਜਦੋਂ ਆਪਣੀ ਧਰਤੀ ਵਿੱਚ ਐਂਟਰ ਕਰ ਜਾਣ ਤੇ ਵੱਧ ਫ੍ਰਿਕਸ਼ਨ ਹੋਣ ਕਰਕੇ, ਕਿਉਂਕਿ ਜਦੋਂ ਆਪਣੇ ਆਕਾਸ਼ ਦੇ ਵਿੱਚੋਂ ਅੰਤਰਿਕਸ਼ ਦੇ ਵਿੱਚੋਂ ਕੋਈ ਚੀਜ਼ ਧਰਤੀ ਤੇ ਆਊਗੀ ਉਹ ਬੜੀ ਹੀ ਸਪੀਡ ਨਾਲ ਆਊਗੀ, ਵੱਧ ਸਪੀਡ ਦੇ ਵਿੱਚ ਆਉਣ ਕਰਕੇ ਉਹਨਾਂ ਵਿੱਚ ਅੱਗ ਲੱਗ ਜਾਂਦੀ ਹੈ। ਐਂਡ ਕਦੇ ਕਦਾਏ ਉਹ ਜਿਹੜੇ ਹੈਗੇ ਆ ਜੀ ਆਪਣੀ ਧਰਤੀ ਤੇ ਵੀ ਡਿੱਗ ਪੈਂਦੇ ਆ। ਸੋ ਆਪਾਂ ਉਹਨਾਂ ਨੂੰ ਮੀਟਰੋਇਡਸ ਕਹਿ ਦਿੰਦੇ ਆ ਜੀ। ਐਂਡ ਤੁਸੀਂ ਵੇਖਿਆ ਹੋਣਾ ਨਾ ਕਿ ਤਾਰੇ ਜੇ ਜਿਵੇਂ ਕਿ ਕਈ ਵਾਰ ਤੁਸੀਂ ਵੇਖਿਆ ਹੋਣਾ ਆਕਾਸ਼ ਦੇ ਵਿੱਚ ਕਿ ਕਈ ਵਾਰ ਕੋਈ ਚਮਕਦੀ ਜੀ ਚੀਜ਼ ਆਪਾਂ ਨੂੰ ਵੇਖਣ ਨੂੰ ਮਿਲਦੀ ਹੈ। ਐਂਡ ਉਹ ਜਿਹੜੀ ਚਮਕਦੀ ਚੀਜ਼ ਹੁੰਦੀ ਆ ਆਪਾਂ ਕਹਿ ਦਿੰਦੇ ਹਾਂ ਕਿ ਯਾਰ ਉਹ ਵੇਖੋ ਟੁੱਟਦਾ ਤਾਰਾ, ਬਟ ਉਹ ਐਕਚੁਅਲ ਵਿੱਚ ਟੁੱਟਦਾ ਤਾਰਾ ਨਹੀਂ ਹੁੰਦਾ, ਉਹ ਮੀਟੀਓਰਸ ਹੁੰਦੇ ਆ, ਠੀਕ ਹੈ ਜੀ। ਸੋ ਰੋਸ਼ਨੀ ਜੀ ਜਿਹੜੀ ਜਗਦੀ ਹੁੰਦੀ ਹੈ। ਐਂਡ ਕਈ ਵਾਰ ਇਹ ਜਿਹੜੀਆਂ ਮੀਟੀਓਰਸ ਹੁੰਦੀਆਂ ਨੇ ਧਰਤੀ ਤੱਕ ਪਹੁੰਚਦੀਆਂ ਹੀ ਨਹੀਂ, ਭਾਵ ਇਹ ਕਿ ਜਿਹੜੀ ਸਤਹ ਹੈਗੀ ਆ ਆਪਣੀ ਜਿਹੜੀ ਧਰਤੀ ਹੈਗੀ ਆ ਉੱਤੇ ਨਹੀਂ ਪਹੁੰਚਦੀਆਂ। ਐਂਡ ਜਦੋਂ ਵੀ ਇਹ ਧਰਤੀ ਤੇ ਪਹੁੰਚ ਜਾਣ ਤੇ ਵੱਡੇ ਵੱਡੇ ਕਹਿ ਸਕਦੇ ਆ ਕਿ ਉਹ ਖੱਡੇ ਟਾਈਪ ਜੇ ਬਣ ਜਾਂਦੇ ਹੁੰਦੇ ਆ ਜਦੋਂ ਇਹ ਆਪਣੀ ਧਰਤੀ ਤੇ ਡਿੱਗਣ, ਠੀਕ ਹੈ ਜੀ। ਫਾਲਸ ਔਨ ਅਰਥ ਕ੍ਰੀਏਟਸ ਹੌਲੋ। ਸੋ ਇਸ ਕੁਝ ਜਿਹੜੇ ਖੱਡੇ ਟਾਈਪ ਹੁੰਦੇ ਨੇ ਜੀ ਉਹ ਬਣ ਜਾਂਦੇ ਹੈਗੇ ਆ ਮੀਟਰੋਇਡਸ ਕਰਕੇ। ਹੁਣ ਆਪਾਂ ਗੱਲ ਕਰ ਰਹੇ ਸੀਗੇ ਕਿ ਆਪਣੀ ਜਿਹੜੀ ਗਲੈਕਸੀ ਹੈਗੀ ਆਪਾਂ ਕਿਹੜੀ ਗਲੈਕਸੀ ਵਿੱਚ ਰਹਿ ਰਹੇ ਹਾਂ, ਆਪਾਂ ਰਹਿ ਰਹੇ ਹਾਂ ਜੀ ਮਿਲਕੀ ਵੇ ਗਲੈਕਸੀ ਦੇ ਵਿੱਚ। ਇਸ ਮਿਲਕੀ ਵੇ ਗਲੈਕਸੀ ਦੇ ਵਿੱਚ ਤੁਹਾਨੂੰ ਬਿਲੀਅਨਸ ਆਫ ਸਟਾਰ, ਅਰਬਾਂ ਖਰਬਾਂ ਤੁਹਾਨੂੰ ਜਿਹੜੇ ਤਾਰੇ ਨੇ ਜੀ ਉਹ ਵੇਖਣ ਨੂੰ ਮਿਲਦੇ ਨੇ। ਐਂਡ ਅਰਬਾਂ ਖਰਬਾਂ ਤਾਰਿਆਂ ਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਜਿਹੜੀ ਕਲਾਊਡ ਆਫ ਡਸਟ ਵੇਖਣ ਨੂੰ ਮਿਲਦੀ ਹੈ ਐਂਡ ਗੈਸਿਸ ਤੁਹਾਨੂੰ ਵੇਖਣ ਨੂੰ ਮਿਲਦੀਆਂ ਨੇ। ਐਂਡ ਇਸ ਤੋਂ ਬਾਅਦ ਤੁਹਾਨੂੰ ਗੱਲ ਕਰੀਏ ਤੇ ਇਹਦੇ ਵਿੱਚ ਆਪਣੇ ਇਸ ਬ੍ਰਹਿਮੰਡ ਦੇ ਵਿੱਚ ਤੁਹਾਨੂੰ ਬਹੁਤ ਸਾਰੀਆਂ ਮਿਲੀਅਨਸ ਆਫ ਜਿਹੜੀਆਂ ਗਲੈਕਸੀਜ਼ ਨੇ ਉਹ ਤੁਹਾਨੂੰ ਵੇਖਣ ਨੂੰ ਮਿਲਦੀਆਂ ਨੇ, ਠੀਕ ਹੈ ਜੀ। ਮਿਲੀਅਨਸ ਆਫ ਗਲੈਕਸੀ ਵੇਖਣ ਨੂੰ ਮਿਲਦੀਆਂ ਨੇ। ਐਂਡ ਸਾਰੀਆਂ ਹੀ ਮਿਲੀਅਨਸ ਆਫ ਗਲੈਕਸੀਜ਼ ਕੀ ਬਣਾਉਂਦੀਆਂ ਨੇ, ਯੂਨੀਵਰਸ ਦਾ ਨਿਰਮਾਣ ਕਰਦੀਆਂ ਨੇ। ਐਂਡ ਇੱਕ ਹੋਰ ਟਰਮ ਸੀਗੀ ਜੀ ਕੌਮੇਟਸ। ਕੀ ਟਰਮ ਸੀਗੀ ਜੀ, ਕੌਮੇਟਸ, ਜਿਹਨੂੰ ਤੁਸੀਂ ਪੰਜਾਬੀ ਵਿੱਚ ਧੂਮਕੇਤੂ ਕਹਿ ਦਿੰਦੇ ਹੋ। ਕਈ ਵਾਰ ਹੁੰਦਾ ਕੀ ਹੈ ਆਪਣੇ ਅੰਤਰਿਕਸ਼ ਦੇ ਵਿੱਚ ਨਿੱਕੀਆਂ ਨਿੱਕੀਆਂ ਚੱਟਾਨਾਂ ਜਾਂ ਫਿਰ ਨਿੱਕੀਆਂ ਛੋਟੇ ਮੋਟੇ ਵਿੱਚ ਗੈਸਿਸ ਦੇ ਜਿਹੜੇ ਮਿਕਸਚਰ ਹੁੰਦੇ ਆ। ਐਂਡ ਕੁਝ ਤੁਹਾਨੂੰ ਉਹਦੇ ਵਿੱਚ ਬਰਫ਼ ਜਾਂ ਫਿਰ ਸਨੋ ਦੇ ਜਿਹੜੇ ਗੋਲੇ ਹੁੰਦੇ ਆ ਉਹ ਆਕਾਸ਼ ਵਿੱਚ ਘੁੰਮਦੇ ਹੁੰਦੇ ਆ। ਐਂਡ ਜਦੋਂ ਉਹ ਆਕਾਸ਼ ਵਿੱਚ ਘੁੰਮਦੇ ਹੁੰਦੇ ਆ ਤੇ ਜਦੋਂ ਉਹ ਸੂਰਜ ਦੀ ਗਰਮੀ ਕਰਕੇ ਉਹਨਾਂ ਵਿੱਚ ਨਾ ਕਹਿ ਸਕਦੇ ਆ ਕਿ ਅੱਗ ਵਗੈਰਾ ਲੱਗ ਜਾਂਦੀ ਆ ਜਾਂ ਫਿਰ ਉਹ ਮਚਣਾ ਸ਼ੁਰੂ ਕਰ ਦਿੰਦੇ ਆ, ਜਿਹਦੇ ਵਿੱਚ ਆਪਾਂ ਨੂੰ ਲੱਗਦਾ ਹੁੰਦਾ ਕਿ ਉਹਨਾਂ ਦੀ ਪੂਛ ਹੈਗੀ ਆ। ਸੋ ਉਹਨੂੰ ਆਪਾਂ ਪੁੱਛਲ ਤਾਰੇ ਕਹਿ ਦਿੰਦੇ ਆ। ਕੀ ਕਹਿ ਦਿੰਦੇ ਆ ਜੇ ਪੁੱਛਲ ਤਾਰੇ ਕਹਿ ਦਿੰਦੇ ਆ, ਕੌਮੇਟਸ, ਧੂਮਕੇਤੂ। ਪੁੱਛਲ ਤਾਰੇ ਹਿੰਦੀ 'ਚ ਕਹਿ ਦਿੰਦੇ ਆਪਾਂ, ਬਟ ਧੂਮਕੇਤੂ ਆਪਾਂ ਪੰਜਾਬੀ ਵਿੱਚ ਉਹਨੂੰ ਕਹਿ ਦਿੰਦੇ ਹੁੰਦੇ ਆ, ਠੀਕ ਹੈ ਜੀ। ਕੌਮੇਟਸ ਜਿਹੜੇ ਹੁੰਦੇ ਹੈਗੇ ਆ, ਇੱਕ ਵਾਰ ਮੈਂ ਕੌਮੇਟਸ ਵਿਖਦੇ ਕਿਸ ਤਰ੍ਹਾਂ ਦੇ ਆ ਮੈਂ ਇਹ ਵੀ ਵਿਖਾ ਦੇਣਾ ਤੁਹਾਨੂੰ। ਸੋ ਤੁਸੀਂ ਵੇਖ ਸਕਦੇ ਹੋ, ਇਹਦੀ ਮੈਂ ਡਾਇਗਰਾਮ ਵੀ ਪਹਿਲਾਂ ਤੋਂ ਮੈਂ ਰੱਖੀ ਹੋਈ ਆ, ਆਹ ਵੇਖ ਲਓ। ਇਹ ਕੀ ਨੇ ਜੀ, ਡਿਫਰੈਂਟ ਪੋਜੀਸ਼ਨ ਆਫ ਕੌਮੇਟਸ। ਸੋ ਇਸ ਤਰ੍ਹਾਂ ਤੁਹਾਨੂੰ ਇੱਕ ਪੂੰਛ ਜੀ ਵੇਖਣ ਨੂੰ ਮਿਲਦੀ ਹੈਗੀ ਆ, ਜਿਹਨੂੰ ਤੁਸੀਂ ਕੀ ਕਹਿ ਦਿੰਦੇ ਹੋ, ਧੂਮਕੇਤੂ ਕਹਿ ਦਿੰਦੇ ਹੋ, ਠੀਕ ਹੈ ਜੀ। ਆਹ ਜਿਹੜੀ ਪੂਛ ਵੇਖਣ ਨੂੰ ਮਿਲ ਰਹੀ ਆ ਨਾ, ਇਹ ਸੂਰਜ ਦੀ ਗਰਮੀ ਕਰਕੇ ਜਦੋਂ ਇਹਨਾਂ ਵਿੱਚ ਅੱਗ ਵਗੈਰਾ ਲੱਗ ਜਾਂਦੀ ਆ, ਸੋ ਇਹਨੂੰ ਆਪਾਂ ਕੀ ਕਹਿੰਦੇ ਆ ਜੀ, ਇਹਨੂੰ ਆਪਾਂ ਕੌਮੇਟਸ ਕਹਿ ਦਿੰਦੇ ਆ, ਠੀਕ ਹੈ ਜੀ। ਹੁਣ ਗਲੈਕਸੀ ਬਾਰੇ ਤੁਸੀਂ ਸਮਝ ਲਿਆ, ਮਿਲੀਅਨਸ ਆਫ ਗਲੈਕਸੀ ਬਣਾਉਂਦੀਆਂ ਨੇ ਜੀ ਯੂਨੀਵਰਸ। ਲਾਈਟ ਦੀ ਜੇਕਰ ਆਪਾਂ ਸਪੀਡ ਦੀ ਗੱਲ ਕਰੀਏ ਕਿ ਆਪਣੀ ਜਿਹੜੀ ਲਾਈਟ ਹੈਗੀ ਆ, ਆਪਣੀ ਜਿਹੜੀ ਸੂਰਜ ਦੀ ਰੋਸ਼ਨੀ ਹੈਗੀ ਆ, ਇਹਨੂੰ ਧਰਤੀ ਤੇ ਆਉਣ ਲੱਗਾ ਕਿੰਨਾ ਸਮਾਂ ਲੱਗ ਜਾਂਦਾ। ਐਂਡ ਮੰਨ ਲਓ ਕਿ ਜੇਕਰ 15 ਕਰੋੜ ਕਿਲੋਮੀਟਰ ਦੂਰ ਹੈਗੀ ਆ ਆਪਣੀ ਧਰਤੀ ਤੋਂ ਜਿਹੜੀ ਆਪਣਾ ਜਿਹੜਾ ਸੂਰਜ ਹੈਗਾ ਆ, ਇੰਨੇ ਦੂਰ ਹੋਣ ਦੇ ਬਾਅਦ ਵੀ ਵੇਖੋ ਸਿਰਫ ਤੇ ਸਿਰਫ 8 ਮਿੰਟ ਲੱਗਦੇ ਆ। ਕਿੰਨੇ ਮਿੰਟ ਲੱਗਦੇ ਆ?
ਲਗਭਗ 8 ਮਿੰਟ ਲੱਗਦੇ ਆ ਸੂਰਜ ਦੀਆਂ ਕਿਰਨਾਂ ਨੂੰ ਆਪਣੀ ਧਰਤੀ ਤੇ ਆਉਣ ਲੱਗਿਆ। ਫਿਰ ਇਹਦੀ ਸਪੀਡ ਕੋਈ ਜ਼ਿਆਦਾ ਹੋਣੀ ਆ ਤੇ ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਆਪਣੀ ਜਿਹੜੀ ਲਾਈਟ ਹੈਗੀ ਆ, ਲਾਈਟ ਦੀ ਸਪੀਡ ਹੈਗੀ ਆ, ਪ੍ਰਕਾਸ਼ ਦੀ ਜਿਹੜੀ ਗਤੀ ਹੈਗੀ ਆ 3 ਲੱਖ ਕਿਲੋਮੀਟਰ ਪ੍ਰਤੀ ਸੈਕਿੰਡ। ਭਾਵ ਇਹ ਕਿ ਇੱਕ ਸਕਿੰਟ ਵੀ ਨਹੀਂ ਹੋਇਆ ਤੇ 3 ਲੱਖ ਤੱਕ ਇਹਨੇ ਮਤਲਬ ਸਪੀਡ ਜਿਹੜੀ ਸੀਗੀ ਉਹਨੇ ਉਹ ਟਰੈਵਲ ਕਰ ਲਈ ਹੈ। ਠੀਕ ਹੈ ਜੀ। ਸੋ ਲਾਈਟ ਸਪੀਡ ਬਾਰੇ ਵੀ ਤੁਸੀਂ ਸਮਝ ਗਏ ਹੋਣੇ ਆ। ਐਂਡ ਆਪਾਂ ਸੋਲਰ ਸਿਸਟਮ ਦੀ ਗੱਲ ਕਰਦੇ ਹਾਂ। ਸੋਲਰ ਸਿਸਟਮ ਦੇ ਵਿੱਚ ਜਿਹੜਾ ਸੋਲ ਵਰਡ ਹੈ ਉਹ ਕਾਹਦੇ ਨਾਲ ਬਣਿਆ ਹੋਇਆ? ਸੋਲਰ ਸਿਸਟਮ ਦੇ ਵਿੱਚ ਜਿਹੜਾ ਇਹ ਤੁਸੀਂ ਵੇਖ ਰਹੇ ਹੋ ਨਾ ਕਿ ਜਿਹੜਾ ਸੋਲ ਵਰਡ ਹੈਗਾ ਆ, ਸੋਲਰ ਸਿਸਟਮ ਦੇ ਵਿੱਚ ਜਿਹੜਾ ਸੋਲ ਵਰਡ ਹੈ ਇਹਦਾ ਮਤਲਬ ਹੈਗਾ ਜੀ ਸਨ ਗੋਡ। ਕੀ ਹੈ ਜੀ? ਸੂਰਜ ਦਾ ਦੇਵਤਾ ਵੀ ਤੁਸੀਂ ਕਹਿ ਸਕਦੇ ਹੋ। ਐਂਡ ਇਹ ਰੋਮਨ ਮੈਥੋਲੋਜੀ ਤੋਂ ਇਹ ਜਿਹੜਾ ਵਰਡ ਹੈਗਾ ਜੀ ਉਹ ਲਿਆ ਗਿਆ ਸ਼ਬਦ ਹੈਗਾ ਆ। ਸੋਲਰ ਦਾ ਜਿਹੜਾ ਸੋਲ ਹੈਗਾ ਆ ਇਹਦਾ ਮਤਲਬ ਕੀ ਹੁੰਦਾ? ਸਨ ਗੋਡ। ਐਂਡ ਜਿਓਗ੍ਰਾਫੀ ਜਿਹੜਾ ਵਰਡ ਹੈਗਾ ਆ ਇੱਕ ਅੰਗਰੇਜ਼ੀ ਦਾ ਵਰਡ ਹੈ, ਬਟ ਇਹਦਾ ਜਿਹੜੀ ਮੇਨ ਉਤਪਤੀ ਹੋਈ ਹੈਗੀ ਆ ਉਹ ਕਿੱਥੋਂ ਹੋਈ ਆ? ਉਹ ਹੋਈ ਆ ਜੀ ਆਪਾਂ ਕਹਿ ਸਕਦੇ ਹਾਂ ਕਿ ਗ੍ਰੀਕ ਵਰਡ ਤੋਂ ਹੋਈ ਹੈ। ਗ੍ਰੀਕ ਵਰਡ ਇੱਕ ਜੀ ਹੈਗਾ ਆ, ਜੀ ਦਾ ਮਤਲਬ ਹੁੰਦਾ ਅਰਥ। ਐਂਡ ਜੀ ਤੋਂ ਆਪਾਂ ਹੋਰ ਵੀ ਕੁਝ ਵਰਡਸ ਬਣਾ ਸਕਦੇ ਹਾਂ, ਜਿਵੇਂ ਕਿ ਜੀਓ ਦੇ ਨਾਲ ਆਪਾਂ ਲੌਜੀ ਲਗਾਤਾ ਤੇ ਮਤਲਬ ਆਪਾਂ ਅਰਥ ਦੀ ਸਟੱਡੀ ਕਰ ਰਹੇ ਹਾਂ। ਅਰਥ ਦੀ ਸਟੱਡੀ ਕਰਨ ਤੋਂ ਬਾਅਦ ਜੇਕਰ ਆਪਾਂ ਜੀ ਦੇ ਨਾਲ ਮੈਟਰੀ ਲਗਾਤਾ ਤੇ ਆਪਾਂ ਅਰਥ ਦੀ ਮੈਜ਼ਰਮੈਂਟ ਦੀ ਜਦੋਂ ਗੱਲ ਕਰਦੇ ਹਾਂ ਉਹਨੂੰ ਆਪਾਂ ਜਿਓਮੈਟਰੀ ਕਹਿ ਦਿੰਦੇ ਹਾਂ। ਐਂਡ ਜਿਓਇਡ ਦੀ ਜੇਕਰ ਆਪਾਂ ਗੱਲ ਕਰਦੇ ਹਾਂ ਤੇ ਉਹਦੇ ਵਿੱਚ ਆਪਾਂ ਅਰਥ ਦੀ ਫਾਰਮ ਦੀ ਗੱਲ ਕਰਦੇ ਹਾਂ, ਅਰਥ ਦੇ ਆਕਾਰ ਦੀ ਗੱਲ ਕਰਦੇ ਹਾਂ। ਤੇ ਲਾਸਟ ਤੇ ਇੱਕ ਟੌਪਿਕ ਆ ਗਿਆ ਜੀ ਜਿਹਦਾ ਕੀ ਨਾਮ ਹੈਗਾ ਜੀ? ਆਰਿਆ ਭੱਟਾ। ਆਰਿਆ ਭੱਟਾ ਕੌਣ ਸੀਗੇ? ਜਿਨ੍ਹਾਂ ਨੇ ਸਿਫਰ ਦੀ ਜਾਂ ਫਿਰ ਜ਼ੀਰੋ ਦੀ ਵੀ ਖੋਜ ਕਰੀ ਸੀਗੀ। ਇਹ ਇੱਕ ਐਸਟਰੋਨੋਮਰ ਸੀ। ਕਿਹੜੇ ਐਸਟਰੋਨੋਮਰ ਸੀਗੇ ਜੀ? ਭਾਰਤੀ ਐਸਟਰੋਨੋਮਰ ਹੈਗੇ ਸੀ ਏਸ਼ੀਅਨ ਟਾਈਮ ਦੇ ਵਿੱਚ। ਐਂਡ ਇਹਨਾਂ ਨੇ ਇੱਕ ਬਹੁਤ ਹੀ ਇੰਪੋਰਟੈਂਟ ਗੱਲ ਕਹੀ ਸੀਗੀ। ਵੇਖ ਲਓ ਕਿੰਨੇ ਟਾਈਮ ਪਹਿਲਾਂ ਹੀ ਇਹਨਾਂ ਨੇ ਇਹ ਗੱਲ ਕਹਿਤੀ ਸੀਗੀ ਕਿ ਜਿਹੜੇ ਚੰਦਰਮਾ ਹੈਗੇ ਆ, ਚੰਨ ਹੈਗੇ ਆ ਜਾਂ ਫਿਰ ਜਿਹੜੇ ਵੀ ਆਪਣੇ ਗ੍ਰਹਿ ਹੁੰਦੇ ਆ, ਇਹਨਾਂ ਦੀ ਆਪਣੀ ਰੌਸ਼ਨੀ ਨਹੀਂ ਹੁੰਦੀ। ਇਹ ਕੀ ਕਰਦੇ ਨੇ ਜੀ? ਰਿਫਲੈਕਟ ਕਰਦੇ ਨੇ। ਕੀ ਰਿਫਲੈਕਟ ਕਰਦੇ ਨੇ? ਜਦੋਂ ਵੀ ਇਹਨਾਂ 'ਤੇ ਰੌਸ਼ਨੀ ਪੈਂਦੀ ਹੈ, ਜਦੋਂ ਇਹਨਾਂ 'ਤੇ ਰੌਸ਼ਨੀ ਪੈਂਦੀ ਹੈ ਤੇ ਇਹ ਫਿਰ ਰਿਫਲੈਕਟ ਕਰਦੇ ਨੇ। ਇਹਨਾਂ ਕੋਲ ਆਪ ਦੀ ਰੌਸ਼ਨੀ ਨਹੀਂ ਹੁੰਦੀ। ਜਿਵੇਂ ਕਿ ਸਨ ਕੋਲ ਆਪ ਦੀ ਰੌਸ਼ਨੀ ਹੈਗੀ ਆ, ਤਾਰਿਆਂ ਕੋਲ ਆਪ ਦੀ ਰੌਸ਼ਨੀ ਹੁੰਦੀ ਹੈ, ਬਟ ਜਿਹੜੇ ਆਪਣੇ ਪਲੈਨਟਸ ਨੇ ਜਿਵੇਂ ਕਿ ਆਪਣੀ ਧਰਤੀ ਹੈਗੀ ਆ, ਜਾਂ ਫਿਰ ਜਿਵੇਂ ਕਿ ਮਰਕਰੀ ਗ੍ਰਹਿ ਹੋ ਗਿਆ, ਵੀਨਸ ਗ੍ਰਹਿ ਹੋ ਗਿਆ, ਅਰਥ ਗ੍ਰਹਿ ਹੋ ਗਿਆ, ਮਾਰਸ ਹੋ ਗਿਆ ਜੀ, ਮਾਰਸ ਤੋਂ ਬਾਅਦ ਜੁਪੀਟਰ ਹੋ ਗਿਆ ਜੀ, ਜੁਪੀਟਰ ਤੋਂ ਬਾਅਦ ਆਪਣਾ ਸੈਟਰਨ, ਯੂਰੇਨਸ, ਨੈਪਚੂਨ, ਤੇ ਇਹਨਾਂ ਦੀ ਆਪ ਦੀ ਤਾਂ ਕਹਿ ਸਕਦੇ ਹਾਂ ਕਿ ਰੌਸ਼ਨੀ ਨਹੀਂ ਹੁੰਦੀ ਹੈ ਨਾ। ਇਹਨਾਂ ਦੀ ਆਪ ਦੀ ਰੌਸ਼ਨੀ ਨਹੀਂ ਹੁੰਦੀ। ਮਤਲਬ ਜੇਕਰ ਇਹ ਰਿਫਲੈਕਟ ਕਰ ਰਿਹਾ ਤੇ ਇਹਨਾਂ 'ਤੇ ਸੂਰਜ ਦੀਆਂ ਕਿਰਨਾਂ ਪੈ ਰਹੀਆਂ ਨੇ, ਫਿਰ ਇਹ ਰਿਫਲੈਕਟ ਕਰਦੀ ਆ। ਐਂਡ ਦੋਸਤੋ ਮੇਰੇ ਵੱਲੋਂ ਤੁਹਾਨੂੰ ਇਸ ਕਲਾਸ ਦੇ ਵਿੱਚ ਸਾਰੀਆਂ ਗੱਲਾਂ ਦੱਸ ਦਿੱਤੀਆਂ ਗਈਆਂ ਬੜੇ ਹੀ ਸਿੰਪਲੀਫਾਈਡ ਤਰੀਕੇ ਨਾਲ। ਜੇਕਰ ਤੁਸੀਂ ਇਸ ਵੀਡੀਓ ਨੂੰ ਪਹਿਲੀ ਵਾਰ ਵੇਖ ਰਹੇ ਹੋ ਤੇ ਮੈਂ ਉਮੀਦ ਇਹੀ ਕਰੂੰਗਾ ਕਿ ਤੁਹਾਨੂੰ ਸਾਰੀਆਂ ਗੱਲਾਂ ਪਹਿਲੀ ਵਾਰ ਦੇ ਵਿੱਚ ਹੀ ਸਮਝ ਲੱਗੀਆਂ ਹੋਣਗੀਆਂ। ਐਂਡ ਦੋਸਤੋ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਐਂਡ ਵੀਡੀਓ ਨੂੰ ਤੁਸੀਂ ਲਾਈਕ ਵੀ ਜ਼ਰੂਰ ਕਰਨਾ ਹੈ, ਕਿਉਂਕਿ ਅਸੀਂ ਇਸ ਤਰ੍ਹਾਂ ਦੀਆਂ ਇਨਫੋਰਮੇਟਿਵ ਐਂਡ ਇੰਟਰਸਟਿੰਗ ਵੀਡੀਓਜ਼ ਬਣਾਉਂਦੇ ਰਹਿੰਦੇ ਹਾਂ। ਐਂਡ ਦੋਸਤੋ ਇੱਕ ਵਾਰ ਫਿਰ ਤੋਂ ਕਿ ਇਹ ਜਿਹੜੀਆਂ ਵੀਡੀਓਜ਼ ਨੇ ਜੀ ਤੁਹਾਡੇ ਸਾਰੇ ਹੀ ਐਗਜ਼ਾਮਸ ਲਈ ਕੰਮ ਆਉਣਗੀਆਂ, ਸਪੈਸ਼ਲੀ ਫॉर PSTET, CTET ਐਂਡ ਮਾਸਟਰ ਕਾਡਰ। ਸੋ ਇਸ ਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ। ਥੈਂਕ ਯੂ ਸੋ ਮਚ ਫॉर ਵਾਚਿੰਗ। ਗੋਡ ਬਲੈਸ ਯੂ ਆਲ।